ਰਾਧਾ ਸੁਆਮੀ ਜੀ, ਰਾਧਾ ਸੁਆਮੀ। ਹਾਂਜੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੌਂਡ ਮਹੱਲਾ ਪੰਜਵਾਂ। ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕੈ ਸ਼ਬਦ ਮੰਤਰ ਮਨ ਮਾਨ, ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕੈ ਸ਼ਬਦ ਮੰਤਰ ਮਨ ਮਾਨ। ਰਾਧਾ ਸੁਆਮੀ। ਰਾਧਾ। ਇਹ ਬਾਣੀ ਹਜ਼ੂਰ ਪੰਜਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਹੈ। ਸਾਨੂੰ ਦੁੱਖਾਂ ਦੇ ਵਿੱਚੋਂ ਕੱਢਣ ਵਾਸਤੇ ਇੱਕ ਬਹੁਤ ਵਧੀਆ ਇੱਕ ਤਰੀਕਾ, ਇੱਕ ਬਹੁਤ ਹੀ ਵਧੀਆ ਰਸਤਾ ਜਿਹੜਾ ਸਾਨੂੰ ਦੱਸ ਰਹੇ ਨੇ। ਕਿਉਂਕਿ ਸਾਰਾ ਸੰਸਾਰ ਹੀ ਜਿਹੜਾ ਹੈ ਕਿਸੇ ਨਾ ਕਿਸੇ ਦੁੱਖ ਨੂੰ ਲੈ ਕੇ ਦੁਖੀ ਹੈ। ਚਾਹੇ ਉਹ ਦੁੱਖ ਦੀਆਂ ਸ਼ਕਲਾਂ ਅਲੱਗ-ਅਲੱਗ ਹੋਣਗੀਆਂ, ਪਰ ਦੁੱਖ ਜਿਹੜਾ ਇੱਕੋ ਤਰ੍ਹਾਂ ਦਾ ਹੀ ਹੁੰਦਾ ਹੈ, ਸਭ ਨੂੰ ਹੀ ਦੁਖੀ ਹੀ ਕਰਦਾ ਹੈ। ਅਤੇ ਉਹਦੇ ਵਿੱਚੋਂ ਬਾਹਰ ਕੱਢਣ ਵਾਸਤੇ ਸਾਨੂੰ ਰਸਤਾ ਦੱਸ ਰਹੇ ਨੇ ਕਿ ਉਹ ਰਸਤਾ ਕੀ ਹੈ ਕਿ ਆਪਣਾ ਧਿਆਨ ਜਿਹੜਾ ਹੈ ਉਸ ਦੁੱਖ ਤੋਂ ਹਟਾ ਲਈਏ। ਕਿਉਂਕਿ ਜ਼ਿਆਦਾਤਰ ਸਮੱਸਿਆਵਾਂ ਸੋਚ ਕੇ ਅਸੀਂ ਦੁਖੀ ਰਹਿੰਦੇ ਹਾਂ। ਅੱਜ ਦਾ ਦਿਨ ਜਿਹੜਾ ਤਕਰੀਬਨ ਅਸੀਂ ਸੋਚਦੇ ਹਾਂ ਕਿ ਬਈ ਅੱਜ ਦਾ ਦਿਨ ਤਾਂ ਲੰਘ ਹੀ ਰਿਹਾ ਹੈ, ਹੁਣ ਪਤਾ ਨਹੀਂ ਕੱਲ੍ਹ ਦਾ ਕਿਸ ਤਰ੍ਹਾਂ ਹੋਣਾ ਹੈ, ਕੱਲ੍ਹ ਨੂੰ ਸਾਡੀ ਜ਼ਿੰਦਗੀ ਦੇ ਵਿੱਚ ਕੀ ਹੋਏਗਾ, ਔਰ ਕੱਲ੍ਹ ਦੀਆਂ ਅਸੀਂ ਸੋਚ ਕੇ ਅਸੀਂ ਦੁਖੀ ਹੁੰਦੇ ਰਹਿੰਦੇ ਹਾਂ। ਇਸੇ ਤਰ੍ਹਾਂ ਹੀ ਕਿਸੇ ਨੇ ਸਾਨੂੰ ਕੋਈ ਚੰਗਾ ਮਾੜਾ ਬੋਲ ਦਿੱਤਾ, ਕਿਸੇ ਪ੍ਰਤੀ ਸਾਡਾ ਆਪਣਾ ਹੀ ਮਨ ਦੇ ਵਿਚਾਰ ਜਿਹੜੇ ਕੋਈ ਕਿਸੇ ਤਰ੍ਹਾਂ ਦੇ ਭੈੜੇ ਬਣ ਗਏ, ਅਤੇ ਉਹਨੂੰ ਸੋਚ ਕੇ ਅਸੀਂ ਦੁਖੀ ਹੋ ਜਾਂਦੇ ਹਾਂ। ਜਿੰਨੀ ਦੇਰ ਸਾਡੇ ਮਨ ਦੇ ਵਿੱਚ ਉਹ ਖਿਆਲ ਰਹਿੰਦਾ ਹੈ, ਉਹ ਧਿਆਨ ਬਣਿਆ ਰਹਿੰਦਾ ਹੈ, ਉਨੀ ਦੇਰ ਅਸੀਂ ਦੁਖੀ ਰਹਿੰਦੇ ਹਾਂ। ਜਦੋਂ ਉਹ ਚੀਜ਼ ਕਲੀਅਰ ਹੋ ਗਈ ਅਤੇ ਫਿਰ ਸਾਨੂੰ ਲੱਗਦਾ ਹੈ ਕਿ ਸਾਡਾ ਦੁੱਖ ਖਤਮ ਹੋ ਗਿਆ। ਹੁਣ ਜਿਸ ਤਰ੍ਹਾਂ ਸਾਨੂੰ ਅਸੀਂ ਕਿਤੇ ਬੈਠੇ ਹੋਈਏ, ਕੋਈ ਖਬਰ ਮਿਲ ਜਾਵੇ ਕਿ ਬਈ ਤੁਹਾਡੇ ਘਰ ਤਾਂ ਚੋਰੀ ਹੋ ਗਈ ਹੈ, ਧਿਆਨ ਉੱਧਰ ਲੱਗ ਜਾਣਾ, ਦੁਖੀ ਹੁੰਦੇ ਰਹਿਣਾ ਜਿੰਨੇ ਮਰਜ਼ੀ ਅਸੀਂ ਬਿਜ਼ੀ ਹੋਈਏ। ਲੇਕਿਨ ਜਦੋਂ ਕੁਛ ਸਮਾਂ ਨਿਕਲਣ ਦੇ ਬਾਅਦ ਕੋਈ ਆ ਕੇ ਦੱਸ ਦੇਵੇ ਕਿ ਨਹੀਂ, ਚੋਰੀ ਤੁਹਾਡੇ ਘਰ ਨਹੀਂ ਹੋਈ, ਹੋਰ ਕਿਸੇ ਦੇ ਘਰ ਹੋਈ ਹੈ, ਬਸ ਧਿਆਨ ਹਟਦਾ ਹੈ ਅਤੇ ਦੁੱਖ ਵੀ ਖਤਮ ਹੋ ਜਾਂਦਾ ਹੈ ਨਾਲ ਹੀ। ਇਸੇ ਤਰ੍ਹਾਂ ਹੀ ਉਸ ਧਿਆਨ ਨੂੰ ਸਮਝਾ ਰਹੇ ਨੇ ਕਿ ਵੈਸੇ ਤਾਂ ਇਸ ਸੰਸਾਰ ਦੇ ਵਿੱਚ ਜਿੰਨੇ ਵੀ ਧਿਆਨ ਨੇ, ਧਿਆਨ ਬਹੁਤ ਨੇ, ਉਹ ਕਾਮ ਦਾ, ਚਾਮ ਦਾ, ਬਾਹਰ ਜਿਹੜੇ ਨੇ ਬਹੁਤ ਧਿਆਨ ਨੇ। ਔਰ ਇੱਕ ਆਦਤ ਜਿਹੜੀ ਹੈ, ਧਿਆਨ ਜਿਹੜਾ ਬਣਦਾ ਕਿਹਦਾ ਹੈ, ਜਦੋਂ ਅਸੀਂ ਕਿਸੇ ਚੀਜ਼ ਦਾ ਸਿਮਰਨ ਕਰਦੇ ਹਾਂ। ਸਿਮਰਨ ਦਾ ਮਤਲਬ ਕਿ ਜਦੋਂ ਕਿਸੇ ਨੂੰ ਸਿਮਰਦੇ ਹਾਂ, ਯਾਦ ਕਰਦੇ ਹਾਂ, ਬਾਰ-ਬਾਰ ਉਹਨੂੰ ਯਾਦ ਕਰਦੇ ਹਾਂ, ਬਾਰ-ਬਾਰ ਸਿਮਰਦੇ ਹਾਂ, ਬਾਰ-ਬਾਰ ਉਹਦਾ ਸਿਮਰਨ ਹੁੰਦਾ ਹੈ ਕਿਸੇ ਵਸਤੂ ਦਾ, ਅਤੇ ਉਹਦਾ ਧਿਆਨ ਬਣਨਾ ਜਿਹੜਾ ਸੁਭਾਵਿਕ ਹੀ ਹੈ। ਸਾਡੇ ਮਨ ਦੇ ਵਿੱਚ ਕਈ ਵਾਰ ਕੋਈ ਨਾ ਕੋਈ ਸੋਚ ਚੱਲਦੀ ਰਹਿੰਦੀ ਹੈ, ਸਵੇਰ ਤੋਂ ਲੈ ਕੇ ਸ਼ਾਮ ਤੱਕ, ਕਈ ਦਿਨਾਂ ਤੱਕ, ਜਦੋਂ ਅਸੀਂ ਕਿਸੇ ਸੋਚ ਵਿਚਾਰ ਕਰਦੇ ਰਹਿੰਦੇ ਹਾਂ ਕਿਸੇ ਵੀ ਮੁੱਦੇ 'ਤੇ, ਅਤੇ ਕਈ ਵਾਰੀ ਸਾਨੂੰ ਸੁੱਤੇ ਪਿਆਂ ਵੀ ਸੁਪਨੇ ਵੀ ਉਸੇ ਚੀਜ਼ ਦੇ ਹੀ ਆਉਂਦੇ ਨੇ। ਕਿਉਂਕਿ ਉਹ ਸਿਮਰਨ ਚੱਲ ਰਿਹਾ ਸੀ, ਇਸ ਕਰਕੇ ਉਹ ਧਿਆਨ ਜਿਹੜਾ ਬਣ ਗਿਆ ਅਤੇ ਕੋਈ ਨਾ ਕੋਈ ਤਸਵੀਰ ਬਣ ਕੇ ਸਾਡੇ ਸਾਹਮਣੇ ਆ ਗਈ। ਹੁਣ ਸਤਿਗੁਰੂ ਫਰਮਾਉਂਦੇ ਨੇ ਕਿ ਜਿਸ ਤਰ੍ਹਾਂ ਹੁਣ ਸਿਮਰਨ ਦੀ ਵੀ ਆਦਤ ਹੈ, ਅਸੀਂ ਬੇਨਤੀਆਂ ਕਰਦੇ ਹਾਂ ਕਿ ਸਿਮਰਨ ਨਹੀਂ ਹੁੰਦਾ, ਧਿਆਨ ਨਹੀਂ ਬਣਦਾ, ਪਰ ਸਤਿਗੁਰੂ ਫਰਮਾਉਂਦੇ ਨੇ ਕਿ ਸਿਮਰਨ ਕਰਨ ਦੀ ਤਾਂ ਆਦਤ ਸਭ ਨੂੰ ਹੀ ਪਈ ਹੈ। ਕੋਈ ਨਵੀਂ ਚੀਜ਼ ਨਹੀਂ ਹੈ ਕਿ ਜਿਹੜੀ ਸਾਨੂੰ ਦੱਸੀ ਗਈ ਹੈ। ਜੋ ਅਸੀਂ ਹੋਸ਼ ਸੰਭਾਲੀ, ਅਸੀਂ ਹਰ ਕੋਈ ਨਾ ਕੋਈ ਸਿਮਰਨ ਕਰਦੇ ਪਏ ਹਾਂ। ਕੋਈ ਆਪਣੇ ਬੱਚਿਆਂ ਦਾ ਸਿਮਰਨ ਕਰ ਰਿਹਾ ਹੈ, ਕੋਈ ਪੈਸੇ ਦਾ ਸਿਮਰਨ ਕਰ ਰਿਹਾ ਹੈ, ਕੋਈ ਜ਼ਮੀਨਾਂ ਜਾਇਦਾਦਾਂ ਦਾ ਕਰ ਰਿਹਾ ਹੈ। ਮਤਲਬ ਕਿ ਹਰ ਕੋਈ ਨਾ ਕੋਈ ਸਿਮਰਨ ਕਰ ਰਿਹਾ ਹੈ। ਅਸੀਂ ਸਿਮਰਨ ਤੋਂ ਆਪਣੇ ਆਪ ਨੂੰ ਰੋਕ ਨਹੀਂ ਸਕਦੇ ਕਦੀ ਵੀ। ਅਸੀਂ ਜਿੰਨਾ ਮਰਜ਼ੀ ਆਪਣੇ ਆਪ ਨੂੰ ਕਿਤੇ ਬੰਦ ਕਰ ਲਈਏ, ਕਿਸੇ ਕਮਰੇ ਦੇ ਵਿੱਚ ਬੰਦ ਕਰ ਲਈਏ, ਕਿਸੇ ਨੂੰ ਕਹਿ ਦਈਏ ਬਾਹਰ ਤਾਲਾ ਮਾਰ ਦੇ ਬੜਾ ਵੱਡਾ, ਆਪਣੇ ਆਪ ਨੂੰ ਕਿਸੇ ਸੰਦੂਕ 'ਚ ਬੰਦ ਕਰ ਲਈਏ
कि नहीं मेरा ध्यान बाहर ना जाए, पर ध्यान फिर भी चला जाना है, ध्यान रुकना नहीं है। क्योंकि जिहड़ी आदत पई है वो तो चली जाना, मन ने अपना काम करी जाना है। जिहड़ी चीज़ां दा सिमरन करेगा ध्यान उन्हां चीज़ां दा बनना ही बनना है। हुण किसी चीज़ कोई बच्चे होंदे ने किसी वेले कोई फिल्म बड़ी देखते हैं, कोई ऐसा प्रोग्राम देखते हैं, जां कोई उन्हां दे मन दे विच कोई ऐसी कोई कहानी सुनते हैं, कोई चीज़ बैठ जाती है, कोई चीज़ का डर बैठ जाता है, उन्होंने सोचते रहते हैं, सोचते राती भी वो अब्बड़वाए उठ पैंदे ने, बड़बड़ाउंदे उठ पैंदे ने कि बई मेरे मगर आ चीज़ पई है। हुण सतगुरू कहते हैं कि सिमरन करन दी ते आदत पई है सब नूं, और सिमरन करके ध्यान भी बनता है। इसे करके इस चीज़ नूं ही थोड़ा जिहा अगे वधा के इहनूं बदल दईए। जिस तरह ट्रेन का कांटा बदलदे ही गड्डी जिहड़ी है जा किसी पासे हो रही हुंदी, कांटा बदलदे गड्डी उस होर किसी नूं पहुँच जाती। गड्डी तो चल ही रही है, पटड़ी भी उही है, लेकिन वो कांटा बदलदे नाल ही वो दूसरी दिशा दे विच जिहड़ी मुड़ जाती है। इसे तरह जदों असीं सिमरन जिहड़ा है सतगुरां दा करना शुरू कर देंगे, गुरु का करना शुरू कर देवांगे, तो फिर ध्यान ही गुरु का ही बनेगा। सुभाविक ही चीज़ है, ध्यान जिहड़ा फिर गुरु वाल जाएगा। असीं इन्ना जोर लगाउंदे हां ध्यान करन दी, पर असीं की करदे हां, मेन उहदी प्रक्रिया नूं नहीं समझदे। असीं जबरदस्ती ध्यान लगाउण दी कोशिश करदे हां। सिमरन तो करदे हां संसारी चीज़ां दा सारा दिन, ते ध्यान लगाउणे असीं गुरु दा, वो गल बनदी नहीं। सारा दिन असीं अपने कम्मां कारां दे विच चलदे रहिंदे हां, उन्हां नूं ही याद करदे रहिंदे हां, उन्हां नूं सिमरदे रहिंदे हां। फिर जदों असीं थोड़ी देर वास्ते अखां बंद करके बैठदे हां जां किते कोई काम करदे हां, कोई ध्यान लगाउण दी कोशिश करदे हां, तो सिमरन वो ध्यान उधर नहीं लगदा। ते सतगुरां ने बहुत वार ये समझाया कि जे असीं दुखां तो बचना चाहुंदे हां, इन्हां तो छुटना चाहुंदे इस संसार तो उन्होंने फरमाया गुरु का ध्यान कर प्यारे, बिना इसके नहीं छुटना। नाम के रंग में रंग जा, मिले धाम तो है अपना। कहते कि ये जिहड़ा धाम जिहड़ा ये जिहड़ा देश ये जिहड़ा घर ये साडा नहीं है। जदों अपने घर दे विच होवांगे, हुण ये जिहड़े बाहर दे घर असीं कहने आ कि साडे घर ने, ये साडा शहर है, ये साडा देश है, ਉਹਦੇ ਵਿੱਚ ਸਾਨੂੰ ਚੈਨ ਕਿਉਂ नहीं आउंदा? जे साडा देश होवे साडा घर होवे तो फिर अपने सानू चैन आउणा चाहिए। जिस तरह टैंपररी तौर के उत्ते असीं किते बाहर घूमण फिरन जाने, पहाड़ां 'च चले जाते हैं, किते भी चले जाते हैं, चाहे 2 दिन 4 दिन 10 दिन असीं उत्थे रहीए, पर घर आउण ते जो खुशी मिलती है, जिन्ना मर्जी बाहर घूम फिर लईए, मन इहो करदा चलो हुण घर चलीए, और जो घर आके चैन आउंदा है वो बाहर किते भी नहीं आउंदा चैन। इसे तरह ही ये टैंपररी जिहड़ा चैन इत्थे घर दे विच आउंदा है, फिर उही चैन घर दे विच फिर थोड़ी देर रहिया फिर लगता है कि नहीं चलो फिर घूम के आईए किते, क्योंकि असीं मन्निया इसनूं अपना घर। लेकिन जदों जिहड़ा धाम जिहड़ा घर जिहड़ा सतगुर सानूं दसदे ने, जे उत्थे असीं चले गए उत्थे पहुँच गए तो फिर ये जिहड़ी डावाडोली जिहड़ी खत्म हो जाएगी। हुण उहदे वास्ते की फरमाया उन्होंने कि गुरु की मूरत मन में ध्यान। हुण ध्यान वास्ते दस्सिया की है कि किहदा काहदा ध्यान करना है, गुरु की मूरत का। क्योंकि होर किसी नूं असीं जद जिन्हों देखिया ही नहीं उहदा सिमरन किद्दां होएगा? जो सिमरन नहीं होएगा उहदा ध्यान नहीं बनेगा। हुण असीं अपनी मर्जी दे नाल किसी का भी ध्यान करना है, एवें कह दी कि बई असीं रब का ध्यान कर रहे, असीं वाहिगुरू का ध्यान कर रहे, जदों तक असीं उन्हां नूं मिले नहीं, जदों तक असीं उन्हां नूं देखिया नहीं, जदों तक असीं सानूं उन्हां दी पहचान नहीं होई, उन्हां दा ध्यान नहीं बनेगा। हुण जिहड़ी चीज़ असीं देखी है, असीं सोना देखिया है, असीं चांदी देखी, असीं रंग रंग जिहड़े पता है कि लाल रंग पीला रंग चिट्टा रंग ते जिहड़े जिहड़े रंग देखे, कोई कहे कि बई तू सोच अखां बंद करके कि लाल रंग तेरे सामने, तो फिर भी थोड़ा जिहा ध्यान जांदा कि आ लाल रंग इस तरह का हुंदा है, पीला इस तरह का हुंदा है, भावें साडे सामने ना भी आवे। पर जिहड़ा असीं देखिया ही नहीं अजे कोई ऐसी चीज़ की कोई कल्पना की जाए तो किस बनती नहीं सामने। इस करके फरमाया कि गुरु की मूरत मन में ध्यान, गुरु की मूरत का अपने मन के अंदर ध्यान करना है। फिर अगे फरमाया कि गुरु के शब्द मंत्र मनमान। दुनिया के ही बाहर सब कुछ असीं चीज़ां मान लेने आ, पर गुरु का वचन नहीं मन्निया जाता। पर उन्होंने फरमाया कि गुरु का वचन सदा विनाशी, गुरु के वचन कटी जम फांसी।
ਹੁਣ ਗੁਰੂ ਦੇ ਬਚਨ ਦੇ ਨਾਲ ਹੀ ਇਹ ਜੰਮ ਦੀ ਫਾਂਸੀ ਜਿਹੜੀ ਕੱਟੀ ਜਾਣੀ ਸੀ ਉਹ ਸਾਡੇ ਕੋਲ ਮੰਨਿਆ ਨਹੀਂ ਜਾਂਦਾ। ਹੋਰ ਦੁਨੀਆ ਦੇ ਸਤਿਗੁਰੂ ਨੇ ਫਰਮਾਉਣਾ ਕਿ ਵੱਡਿਆਂ ਦੇ, ਛੋਟਿਆਂ ਦੇ, ਅਮੀਰਾਂ ਗਰੀਬਾਂ ਦੇ, ਰਾਜਿਆਂ ਮਹਾਰਾਜਿਆਂ ਦੇ, ਪੁਲਿਸਾਂ ਦੇ ਡਰ ਕਰ ਰੱਖਦੇ ਆ, ਉਹਨਾਂ ਦੀ ਮੰਨਦੇ ਆ, ਸਭ ਦੀ ਮੰਨਦੇ ਆ, ਪਰ ਗੁਰੂ ਦੀ ਨਹੀਂ ਮੰਨਦੇ। ਇਸੇ ਕਰਕੇ ਉਹ ਜਿਹੜਾ ਦੁੱਖ ਜਿਹੜਾ ਕੱਟਿਆ ਨਹੀਂ ਜਾਂਦਾ। ਜੇ ਅਸੀਂ ਵਾਕਈ ਹੀ ਉਸ ਦੁੱਖ ਦਾ ਖਾਤਮਾ ਚਾਹੁੰਦੇ ਹਾਂ ਤਾਂ ਉਹਨੇ ਫਰਮਾਇਆ ਕਿ ਗੁਰੂ ਕੇ ਸ਼ਬਦ ਮੰਤਰ ਮਨ ਮਾਨ। ਹੁਣ ਸਾਨੂੰ ਹਰ ਇੱਕ ਨੂੰ ਹੀ, ਅਸੀਂ ਕਿਤੇ ਵੀ ਜਾ ਰਹੀਏ, ਹਰ ਇੱਕ ਨੂੰ ਕੋਈ ਨਾ ਕੋਈ ਦੀਕਸ਼ਾ ਮਿਲੀ ਹੈ। ਕੋਈ ਰਾਮ ਰਾਮ ਕਰ ਰਿਹਾ ਹੈ, ਕੋਈ ਵਾਹਿਗੁਰੂ ਵਾਹਿਗੁਰੂ ਕਰ ਰਿਹਾ ਹੈ, ਕੋਈ ਰਾਧਾ ਸਵਾਮੀ ਕਰ ਰਿਹਾ ਹੈ, ਕੋਈ ਹੋਰ ਕੋਈ ਨਾਮ ਜਪ ਰਿਹਾ ਹੈ। ਜਪ ਤਾਂ ਕੋਈ ਅੱਲਾ ਅੱਲਾ ਕਰ ਰਿਹਾ ਹੈ, ਕਰ ਤਾਂ ਸਾਰੇ ਹੀ ਰਹੇ ਨੇ, ਪਰ ਗੱਲ ਕਿਉਂ ਨਹੀਂ ਬਣਦੀ? ਕਿਉਂਕਿ ਗੁਰੂ ਦੇ ਸ਼ਬਦ ਉਹਨਾਂ ਨੇ ਕਿਸੇ ਨੇ। ਹੁਣ ਇੱਕ ਤਾਂ ਹੋ ਗਿਆ ਸ਼ਬਦ ਜਿਹੜਾ ਸਾਨੂੰ ਮਿਲਿਆ ਹੈ, ਜਿਹੜਾ ਮੰਤਰ ਜਿਹੜਾ ਕਿ ਜਿਹਨੂੰ ਅਸੀਂ ਕਹਿੰਦੇ, ਪਰ ਉਹਨਾਂ ਨੇ ਦੋ ਚੀਜ਼ਾਂ ਕਹੀਆਂ, ਗੁਰੂ ਕਾ ਸ਼ਬਦ ਮੰਤਰ ਮਨ ਮਾਨ। ਇਹਦਾ ਮਤਲਬ ਕਿ ਜਿਹੜੇ ਜਿਸ ਤਰ੍ਹਾਂ ਅਸੀਂ ਗੁਰਮੰਤਰ ਨੂੰ ਅਸੀਂ ਕਹਿੰਦੇ ਹਾਂ ਕਿ ਸਾਨੂੰ ਮੰਤਰ ਮਿਲ ਗਿਆ, ਜਦੋਂ ਕੁਛ ਹੁੰਦਾ ਸੀ ਜਪਣਾ ਸ਼ੁਰੂ ਕਰ ਦਿੰਦੇ ਹਾਂ, ਪਰ ਜਦੋਂ ਤੱਕ ਗੁਰੂ ਦੇ ਬਚਨ ਜਿਹੜੇ ਨੇ, ਸ਼ਬਦ ਜਿਹੜੇ ਜੋ ਉਹ ਉਚਾਰਦੇ ਨੇ, ਜੋ ਸਾਡੀਆਂ ਡਿਊਟੀਆਂ ਲਗਾਉਂਦੇ ਨੇ, ਜਦੋਂ ਤੱਕ ਅਸੀਂ ਉਹ ਨਹੀਂ ਕਰਦੇ ਉਦੋਂ ਤੱਕ ਗੱਲ ਨਹੀਂ ਬਣਨੀ ਹੈ। ਹੁਣ ਇੱਕ ਬੰਦਾ ਹੈ, ਉਹ ਸਾਰਾ ਦਿਨ ਬਹਿ ਕੇ ਰਾਮ ਰਾਮ ਕਰੇ ਔਰ ਬਾਅਦ ਦੇ ਵਿੱਚ ਜਾ ਕੇ ਕੰਮ ਉਹੀ ਕਰੇ ਜਿਹੜੇ ਦੂਸਰੇ ਆਮ ਚੋਰ ਲੁਟੇਰੇ ਕਰਦੇ ਨੇ, ਸਭ ਕੁਛ ਕਰਦੇ ਨੇ, ਅਤੇ ਉਹ ਰਾਮ ਰਾਮ ਕੀਤੇ ਦਾ ਫਾਇਦਾ ਕੀ ਹੋਏਗਾ? ਗੁਰੂ ਜੀ ਨੂੰ ਸਾਨੂੰ ਗੁਰੂ ਮੰਤਰ ਦਿੰਦਾ ਹੈ, ਕੋਈ ਗੁਰ ਦੀਕਸ਼ਾ ਦਿੰਦਾ ਹੈ, ਅਤੇ ਨਾਲ ਸਾਡੀਆਂ ਕੁਛ ਡਿਊਟੀਆਂ ਵੀ ਲਗਾਉਂਦਾ ਹੈ। ਜਿਸ ਤਰ੍ਹਾਂ ਡਾਕਟਰ ਸਾਨੂੰ ਦਵਾਈ ਦਿੰਦਾ ਹੈ, ਦਵਾਈ ਦੇ ਨਾਲ ਸਾਨੂੰ ਪਰਹੇਜ਼ ਦੱਸ ਦਿੰਦਾ ਹੈ ਕਿ ਵੀ ਆਹ ਦਵਾਈ ਖਾਓ, ਸਵੇਰੇ ਸ਼ਾਮ ਖਾਣੀ ਹੈ, ਪਰ ਇਹਦੇ ਨਾਲ ਪਰਹੇਜ਼ ਵੀ ਕਰਨਾ ਹੈ, ਇਹਦੇ ਨਾਲ ਸੈਰ ਵੀ ਕਰਨੀ ਹੈ, ਇਹਦੇ ਨਾਲ ਕੋਈ ਗਲਤ ਜਿਹੜੀ ਹੈ ਡਾਇਟ ਨਹੀਂ ਲੈਣੀ ਹੈਗੀ। ਹੁਣ ਜੇ ਬੰਦਾ ਜਿਸ ਤਰ੍ਹਾਂ ਕੋਈ ਸ਼ੂਗਰ ਦੀ ਦਵਾਈ ਖਾ ਰਿਹਾ ਹੈ ਅਤੇ ਨਾਲ ਮਿੱਠਾ ਵੀ ਓਨਾ ਖਾਈ ਜਾ ਰਿਹਾ, ਕਰਦਾ ਵੀ ਕੁਛ ਨਹੀਂ ਹੈ, ਅਤੇ ਉਹ ਆਰਾਮ ਓਨਾ ਨਹੀਂ ਆਉਂਦਾ। ਇਸੇ ਤਰ੍ਹਾਂ ਬਾਕੀ ਚੀਜ਼ਾਂ ਵਾਸਤੇ ਵੀ ਜਿਸ ਤਰ੍ਹਾਂ ਇੰਸਟਰਕਸ਼ਨ ਹੁੰਦੀਆਂ ਨੇ, ਇਸੇ ਤਰ੍ਹਾਂ ਸਤਿਗੁਰੂ ਵੀ ਜਦੋਂ ਸਾਨੂੰ ਕੋਈ ਨਾਮ ਦੀਕਸ਼ਾ ਦਿੰਦੇ ਆ, ਨਾਲ ਸਾਨੂੰ ਡਿਊਟੀਆਂ ਲਗਾ ਦਿੰਦੇ ਆ, ਬੜੀਆਂ ਡਿਊਟੀਆਂ ਲਗਾਉਂਦੇ ਨੇ। ਜਿਸ ਤਰ੍ਹਾਂ ਕਹਿਣਾ ਸਤਿਗੁਰਾਂ ਨੇ ਕਿ ਬਈ ਝੂਠ ਨਹੀਂ ਬੋਲਣਾ, ਜਾਂ ਝੂਠ ਨਹੀਂ ਖਾਣੀ, ਜਾਂ ਕੋਈ ਨਸ਼ਾ ਪੱਤਾ ਨਹੀਂ ਕਰਨਾ, ਗਲਤ ਸੰਗਤ ਦੇ ਵਿੱਚ ਨਹੀਂ ਪੈਣਾ, ਕਿਰਤ ਕਰਕੇ ਖਾਣੀ ਹੈ, ਈਰਖਾ ਦਵੇਸ਼ ਤੋਂ ਹਟਣਾ ਹੈ, ਕਿਸੇ ਨਾਲ ਵੀ ਕੋਈ ਦੁਸ਼ਮਣੀ ਨਹੀਂ ਕਰਨੀ। ਹੁਣ ਇਹ ਚੀਜ਼ਾਂ ਜਿਹੜੀਆਂ ਜੋ ਵੀ ਹੈਗੀਆਂ ਨੇ, ਇਹ ਅਸੀਂ ਪੂਰੀਆਂ ਨਹੀਂ ਕਰਦੇ। ਜਦੋਂ ਤੱਕ ਉਹ ਕਰਦੇ ਨਹੀਂ, ਉਸ ਨਾਮ ਜਪੇ ਦਾ ਵੀ ਕੋਈ ਰਿਜ਼ਲਟ ਨਹੀਂ ਆਉਂਦਾ, ਮਨ 'ਚ ਸ਼ਾਂਤੀ ਨਹੀਂ ਆਉਂਦੀ। ਮਨ ਹਮੇਸ਼ਾ ਹੀ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਭਖਦਾ ਹੀ ਰਹਿੰਦਾ ਹੈ, ਜਿਸ ਤਰ੍ਹਾਂ ਅੱਗ ਦੇ ਵਿੱਚ ਪਿਆ ਰਹਿੰਦਾ ਹੈ, ਇਹਨੂੰ ਕਦੀ ਵੀ ਸ਼ਾਂਤੀ ਨਹੀਂ ਆਉਂਦੀ। ਇਹ ਨਹੀਂ, ਸਤਿਗੁਰਾਂ ਨੇ ਡਿਊਟੀਆਂ ਕੀਤੀਆਂ, ਉਹਨਾਂ ਨੇ ਲੜਾਈਆਂ ਵੀ ਲੜੀਆਂ, ਦਸਮ ਪਾਤਸ਼ਾਹ ਨੇ ਲੜਾਈਆਂ ਲੜੀਆਂ, ਕ੍ਰਿਸ਼ਨ ਜੀ ਨੇ ਇਹ ਕੀਤੀਆਂ, ਰਾਮ ਜੀ ਨੇ ਕੀਤੀਆਂ, ਪਰ ਸਭ ਕੁਛ ਕਰਦਿਆਂ ਕਰਾਉਂਦਿਆਂ, ਧਨੁਸ਼ ਬਾਣ ਤੀਰ ਸਭ ਕੁਛ ਕਰਦਿਆਂ ਕਰਾਉਂਦਿਆਂ ਵੀ, ਪਰ ਫਿਰ ਵੀ ਉਹ ਸ਼ਾਂਤੀ ਦੇ ਪੁੰਜ ਬਣੇ, ਕਿਉਂਕਿ ਉਹਨਾਂ ਦੀ ਅੰਦਰੋਂ ਕੋਈ ਕਿਸੇ ਨਾਲ ਦੁਸ਼ਮਣੀ ਨਹੀਂ ਸੀ। ਜਿਸ ਤਰ੍ਹਾਂ ਦੀ ਦੁਸ਼ਮਣੀ ਅਸੀਂ ਕਰਦੇ ਹਾਂ, ਜਿਸ ਤਰ੍ਹਾਂ ਦਾ ਈਰਖਾ ਅਸੀਂ ਕਰਦੇ, ਇਸ ਤਰ੍ਹਾਂ ਦੀ ਉਹਨਾਂ ਦੀ ਨਹੀਂ ਸੀ। ਇਸ ਕਰਕੇ ਉਹ ਕਰਦਿਆਂ ਕਰਾਉਂਦੇ ਸਾਰੀਆਂ ਡਿਊਟੀਆਂ ਕਰਦੇ ਵੀ ਵੱਖਰੇ ਨਿਆਰੇ ਰਹੇ। ਹੁਣ ਉਹ ਜਿਹੜੀਆਂ ਡਿਊਟੀਆਂ ਜਿਹੜੀਆਂ ਕਰਦੇ ਰਹੇ ਨੇ, ਉਸੇ ਤਰ੍ਹਾਂ ਸਾਨੂੰ ਦੱਸਦੇ ਕਿ ਉਹਨੇ ਕਿਹਾ ਕਿ ਹੱਥ ਕਾਰ ਵੱਲ ਚਿੱਤ ਯਾਰ ਵੱਲ। ਡਿਊਟੀ ਜਿਹੜੀ ਮਰਜ਼ੀ ਕਰੀਏ, ਕੰਮ ਜਿਹੜੇ ਮਰਜ਼ੀ ਕਰੀਏ, ਕੰਮ ਹੁਣ ਦੁਕਾਨਾਂ ਵੀ ਕਰਨੀਆਂ ਨੇ, ਨੌਕਰੀਆਂ ਵੀ ਕਰਨੀਆਂ ਨੇ। ਹੁਣ ਜਿਹੜੇ ਬਾਰਡਰ 'ਤੇ ਜਿਹੜੇ ਫੌਜੀ ਖੜੇ ਨੇ ਜਾਂ ਪੁਲਿਸ ਵਾਲੇ ਨੇ, ਉਹਨਾਂ ਨੇ ਅੱਗੇ ਲੜਾਈ ਵੀ ਕਰਨੀ, ਸਾਰਾ ਕੁਛ ਕਰਨਾ, ਪਰ ਮਨ ਜਿਹੜਾ ਆ ਸਤਿਗੁਰਾਂ ਦੇ ਉਸ ਯਾਦ ਦੇ ਵਿੱਚ ਲੱਗਾ ਰਹੇ, ਉਹ ਜਿਹੜੀ ਯਾਦ ਬਣੀ ਰਹੇ ਕਿ ਬਈ ਜਾਣ ਬੁੱਝ ਕੇ ਕੋਈ ਇਸ ਤਰ੍ਹਾਂ ਦਾ ਕੋਈ ਕੰਮ ਨਾ ਕਰੇ। ਜਦੋਂ ਗੁਰੂ ਦੇ ਬਚਨਾਂ ਦੇ ਵਿੱਚ ਆਏਗਾ, ਫਿਰ ਇਹਦਾ ਨਾਮ ਵੀ ਵਧੇ ਫੁੱਲੇਗਾ, ਫਿਰ ਇਹਨੂੰ ਸ਼ਾਂਤੀ ਵੀ ਆਏਗੀ, ਫਿਰ ਸਾਰੇ ਕੰਮ ਹੀ ਹੋਣਗੇ। ਇਸ ਕਰਕੇ ਉਹਨੇ ਫਰਮਾਇਆ ਕਿ ਗੁਰੂ ਕੇ ਸ਼ਬਦ ਮੰਤਰ ਮਨ ਮਾਨ। ਜਿਹੜੇ ਸਤਿਗੁਰਾਂ ਨੇ ਡਿਊਟੀਆਂ ਲਗਾਈਆਂ, ਉਹਨੂੰ ਵੀ ਮੰਤਰ ਦੀ ਤਰ੍ਹਾਂ ਹੀ ਕਰੇ। ਇਹ ਨਾ ਸੋਚੇ ਕਿ ਮੈਂ ਸਿਰਫ ਰਾਮ 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 ਕਰੀ ਜਾਵਾਂ, ਜਾਂ ਕੋਈ ਵਾਹਿਗੁਰੂ ਵਾਹਿਗੁਰੂ ਕਰੀ ਜਾਵਾਂ ਅਤੇ ਬਾਕੀ ਕੰਮ ਨਾ ਕਰਾਂ ਅਤੇ ਮੇਰਾ ਕੰਮ ਹੋ ਜਾਏਗਾ, ਚਾਹੇ ਇਹ ਜਿੰਨਾ ਚਿਰ ਮਰਜ਼ੀ ਲੱਗਾ ਰਹੇ, ਨਹੀਂ ਗੱਲ ਬਣੇਗੀ। ਇਸ ਕਰਕੇ ਉਹਨੇ ਫਰਮਾਇਆ ਕਿ ਰਹਿਣੀ ਰਹੇ ਸੋਈ ਸਿੱਖ ਮੇਰਾ। ਰਹਿਣੀ ਵੀ ਨਾਲ ਬਦਲਣੀ ਪਏਗੀ। ਜਦੋਂ ਤੱਕ ਉਹ ਨਹੀਂ ਬਦਲੇਗੀ, ਉਦੋਂ ਤੱਕ ਉਹ ਜਿਹੜਾ ਬਾਕੀ ਵੀ ਕੀਤਾ ਜਿਹੜਾ ਨਾਮ ਹੈ, ਉਹ ਫਲਦਾ ਫੁੱਲਦਾ ਨਹੀਂ ਹੈਗਾ। ਹਾਂਜੀ। ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕੈ ਸ਼ਬਦ ਮੰਤਰ ਮਨ ਮਾਨ, ਗੁਰ ਕੇ ਚਰਨ ਹਿਰਦੇ ਲੈ ਧਾਰ,
ਸਦਾ ਨਮਸਕਾਰੋ। ਹੁਣ ਹਿਰਦੇ ਦੇ ਵਿੱਚ ਰੱਖਣ ਵਾਲੀ ਚੀਜ਼ ਕਿਹੜੀ ਹੈ? ਅਸੀਂ ਬਹੁਤ ਕੁਝ ਰੱਖਿਆ ਹੈ, ਪਰ ਇਹ ਵਾਧੂ ਦਾ ਬੋਝ ਹੈ। ਇਹ ਚੀਜ਼ਾਂ ਨੂੰ ਕੱਢ ਕੇ ਜਿਹੜੀ ਰੱਖਣ ਵਾਲੀ ਚੀਜ਼ ਹੈ, ਉਹਨੇ ਫਰਮਾਇਆ ਕਿ ਗੁਰੂ ਕੇ ਚਰਨ ਹਿਰਦੇ ਲੈ ਧਾਰੋ। ਗੁਰੂ ਦੇ ਚਰਨਾਂ ਨੂੰ ਹਿਰਦੇ 'ਚ ਰੱਖੋ। ਜਿਸ ਤਰ੍ਹਾਂ ਅਸੀਂ ਮੀਰਾ ਬਾਈ ਦਾ ਦੇਖਦੇ ਹਾਂ, ਭੀਲਣੀ ਦਾ ਦੇਖਦੇ ਹਾਂ, ਕਿਸ ਤਰ੍ਹਾਂ ਉਹਨਾਂ ਨੇ ਸਭ ਕੁਝ ਕੀਤਾ, ਖਾਧਾ ਪੀਤਾ, ਇਹ ਸਾਰੇ ਕੰਮ ਕੀਤੇ, ਡਿਊਟੀਆਂ ਕੀਤੀਆਂ, ਪਰ ਜਿਹੜੇ ਗੁਰੂ ਦੀ ਚਰਨ ਸੀ ਹਮੇਸ਼ਾ ਉਹਨਾਂ ਦੇ ਹਿਰਦੇ 'ਚ ਰਹੇ। ਉਹ ਯਾਦ ਜਿਹੜੀ ਸੀ ਉਸੇ ਤਰ੍ਹਾਂ ਹੀ ਬਣੀ ਰਹੀ। ਹੁਣ ਅਸੀਂ ਭੀਲਣੀ ਦਾ ਦੇਖਦੇ ਹਾਂ, ਅਤੇ ਭੀਲਣੀ ਨੇ ਕਿਹੜੀ ਭਗਤੀ ਕੀਤੀ? ਕਿਤੇ ਅਸੀਂ ਪੜ੍ਹ ਕੇ ਦੇਖੀਏ ਕਿਤੇ? ਸਿਰਫ ਇੱਕ ਗੁਰੂ ਦਾ ਪਿਆਰ ਉਹਦੇ ਹਿਰਦੇ ਦੇ ਵਿੱਚ ਸੀ, ਇੱਕ ਉਹਦੀ ਯਾਦ ਸੀ ਉਹਦੇ ਅੰਦਰ, ਗੁਰੂ ਦੇ ਚਰਨ ਉਹਦੇ ਹਿਰਦੇ ਦੇ ਵਿੱਚ ਸੀ। ਇਸ ਕਰਕੇ ਬਾਹਰੋਂ ਵੀ ਉਹਨਾਂ ਨੂੰ ਉਹ ਜਿਹੜਾ ਮੇਲ ਹੋਇਆ ਉਸ ਚੀਜ਼ ਦਾ। ਲੇਕਿਨ ਇੰਨੀ ਦੇਰ ਜਿਹੜੀ ਕੱਟੀ ਉਹਨਾਂ ਨੇ, ਜਿਸ ਤਰ੍ਹਾਂ ਇਤਿਹਾਸ 'ਚ ਅਸੀਂ ਪੜ੍ਹਦੇ ਹਾਂ ਕਿ ਕਿੰਨੇ ਸਾਲ ਤੱਕ ਉਹ ਵੇਟ ਕਰਦੇ ਰਹੇ, ਔਰ ਰਾਮ ਜੀ ਆਉਣਗੇ, ਰੋਜ਼ ਉਹਨਾਂ ਨੇ ਆਪਣੇ ਸਾਫ ਸਫਾਈ ਕਰਨੀ, ਰੋਜ਼ ਫੁੱਲ ਵਿਛਾਉਣੇ, ਰੋਜ਼ ਬੇਰ ਤੋੜ ਕੇ ਜਾਂ ਕੋਈ ਜੋ ਵੀ ਫਲ ਸੀ ਉਹ ਸੀਜ਼ਨ ਦੇ ਲਿਆਉਣੇ ਉੱਥੇ। ਇੱਥੇ ਅਸੀਂ ਦੇਖੀਏ ਕਿ ਜੇ ਥੋੜ੍ਹੀ ਦੇਰ ਵੀ ਸਾਨੂੰ ਉਡੀਕ ਕਰਨੀ, ਅਸੀਂ ਜਿਸ ਤਰ੍ਹਾਂ ਅੱਜ ਹੀ ਬੈਠੇ ਹਾਂ ਇੱਥੇ, ਮੰਨ ਲਵੋ ਕਿ ਸ਼ਾਮ ਤੱਕ ਉਡੀਕ ਕਰਨੀ ਪਵੇ, ਅਗਲੇ ਦਿਨ ਤੱਕ ਹੀ ਉਡੀਕ ਕਰਨੀ ਪਵੇ, ਸਾਡਾ ਕੀ ਹਾਲ ਹੋਏਗਾ? ਅਸੀਂ ਕਹਾਂਗੇ ਕਿ ਨਹੀਂ ਚੱਲੀਏ ਕਰਨ, ਹੁਣ ਨਹੀਂ ਕੋਈ ਗੱਲ ਹੈਗੀ, ਟਾਈਮ ਲੰਘ ਗਿਆ, 2 ਵਜੇ ਦਾ ਟਾਈਮ ਦਿੱਤਾ ਸੀ, ਹੁਣ ਤਾਂ 3 ਵੱਜ ਗਏ ਆ, ਹੁਣ ਤਾਂ ਲੇਟ ਹੋ ਰਹੇ ਆ, ਹੁਣ ਤਾਂ ਇਹ ਹੋ ਰਿਹਾ ਉਹ ਹੋ ਰਿਹਾ ਹੈ। ਮਨ ਉਸੇ ਵੇਲੇ ਵਿਚਲਿਤ ਹੋਣਾ ਸ਼ੁਰੂ ਹੋ ਜਾਂਦਾ ਹੈ, ਕਿਉਂਕਿ ਮਨ ਦੇ ਅੰਦਰ ਗੁਰੂ ਦੇ ਚਰਨ ਨਹੀਂ ਹੈਗੇ। ਜਿਹਦੇ ਅੰਦਰ ਚਰਨ ਹੋਣਗੇ ਉਹ ਤਾਂ ਬਈ ਜਿੱਥੇ ਮਰਜ਼ੀ ਬੈਠਾ ਹੋਵੇ, ਗੁਰੂ ਦਾ ਉਹਦੇ ਲਾਗੇ, ਗੁਰੂ ਨੂੰ ਕਿੱਥੇ ਦੂਰ ਦਿਸਦਾ ਹੈ? ਕਿਤੇ ਗੁਰੂ ਨਹੀਂ ਉਹਨੂੰ ਦੂਰ ਦਿਸਦਾ। ਹੁਣ ਉਹਨਾਂ ਨੇ ਇੰਨੇ ਸਾਲ ਜਿਹੜੇ ਕੱਟ ਲਏ, ਰੋਜ਼ ਇੱਕੋ ਹੀ ਜਿਹੜੀ ਪ੍ਰਕਿਰਿਆ ਕਰਨੀ, ਰੋਜ਼ ਸਵੇਰੇ ਬਾਗ ਦੇ ਵਿੱਚ ਜਾਣਾ, ਉੱਥੋਂ ਫੁੱਲ ਤੋੜ ਕੇ ਲਿਆਉਣੇ, ਫੁੱਲ ਵਿਛਾਉਣੇ, ਰਾਤ ਤੱਕ ਉੱਥੇ ਬੈਠ ਕੇ ਉਡੀਕ ਕਰਨੀ, ਅਤੇ ਫਿਰ ਅਗਲੇ ਦਿਨ ਫਿਰ ਉਹੀ ਕੰਮ ਸ਼ੁਰੂ ਕਰ ਦੇਣਾ। ਬੰਦਾ ਪਾਗਲ ਹੋ ਜਾਂਦਾ 2-4 ਦਿਨ ਤੋਂ ਵੱਧ ਵੀ ਹੋ ਜੇ ਕੋਈ। ਇਸੇ ਤਰ੍ਹਾਂ ਅਸੀਂ ਚੌਥੇ ਪਾਤਸ਼ਾਹ ਦਾ ਦੇਖਿਆ ਕਿ ਜਦੋਂ ਉਹਨਾਂ ਨੂੰ ਥੜੇ ਬਣਾਉਣ ਵਾਸਤੇ ਕਿਹਾ ਗਿਆ, ਅਤੇ ਕਿਸ ਤਰੀਕੇ ਦੇ ਨਾਲ ਇੱਕ ਥੜਾ ਰੋਜ਼ ਬਣਾਉਣਾ, ਫਿਰ ਢਾਹ ਦੇਣਾ, ਗੁਰੂ ਨੇ ਕਹਿਣਾ ਅੱਛਾ ਨਹੀਂ ਬਣਿਆ, ਫਿਰ ਦੂਸਰੇ ਦਿਨ ਬਣਾਉਣਾ, ਬਈ ਮਹੀਨੇ ਲੱਗ ਗਏ। ਸਾਰੀ ਸੰਗਤ ਜਿਹੜੀ ਸੀ ਉਹਨਾਂ ਦੇ ਨਾਲ ਦੇ ਸਭ ਚਲੇ ਗਏ, ਪਰ ਉਹੀ ਇੱਕ ਜਿਹੜੇ ਸੀ ਉਸ ਮੈਦਾਨ ਦੇ ਵਿੱਚ ਨਿਤਰੇ। ਪਰ ਉਹ ਇਹ ਗੱਲ ਕਿੱਦਾਂ ਬਣੇਗੀ? ਗੁਰੂ ਦਾ ਵਚਨ ਕਿੱਦਾਂ ਮੰਨਿਆ ਜਾਏਗਾ? ਕਿੱਦਾਂ ਸ਼ਾਂਤੀ ਆਊਗੀ ਜੇ ਗੁਰੂ ਦੇ ਚਰਨ ਹਿਰਦੇ ਦੇ ਵਿੱਚ ਹੋਣਗੇ? ਇਸ ਕਰਕੇ ਫਰਮਾਉਂਦੇ ਨੇ ਕਿ ਬਈ ਜੇ ਇਸ ਰਸਤੇ 'ਤੇ ਚੱਲਣਾ ਮਨਜ਼ੂਰ ਕਰ ਲਿਆ, ਜੇ ਵਾਕਈ ਹੀ ਅਸੀਂ ਉਹ ਬੇਨਤੀ ਕਰ ਦਿੱਤੀ ਹੈ, ਅਸੀਂ ਉਹ ਚਾਹੁੰਦੇ ਹਾਂ, ਅਤੇ ਫਿਰ ਉਹਨੇ ਫਰਮਾਇਆ ਕਿ ਗੁਰੂ ਕੇ ਚਰਨ ਹਿਰਦੇ ਲੈ ਧਾਰੋ, ਗੁਰੂ ਪਾਰ ਬ੍ਰਹਮ ਸਦਾ ਨਮਸਕਾਰੋ। ਹੁਣ ਇਹ ਬ੍ਰਹਮ ਦੀ ਰਚਨਾ ਹੈ ਜੋ ਅਸੀਂ ਦੇਖ ਰਹੇ ਹਾਂ ਤਰਲੋਕੀ ਦੀ। ਹੁਣ ਜਦੋਂ ਅਸੀਂ ਬ੍ਰਹਮ ਦੀ ਰਚਨਾ 'ਚ ਦੇਖਦੇ ਹਾਂ, ਸਾਨੂੰ ਆਪਣੇ ਵਰਗੇ ਜਦੋਂ ਵੀ ਕੋਈ ਰਾਮ ਜੀ ਆਏ ਜਾਂ ਕ੍ਰਿਸ਼ਨ ਜੀ ਆਏ, ਗੁਰੂ ਨਾਨਕ ਸਾਹਿਬ ਆਏ, 10 ਪਾਤਸ਼ਾਹੀਆਂ, ਕਬੀਰ ਸਾਹਿਬ, ਰਵੀਦਾਸ ਜੀ, ਜੋ ਵੀ ਆਏ, ਉਹ ਇਹੋ ਹੀ ਪੰਜ ਤੱਤ ਦੀ ਦੇਹ ਲੈ ਕੇ ਆਏ। ਅਤੇ ਜਦੋਂ ਇਹ ਦੇਹ ਲੈ ਕੇ ਆਏ ਤਾਂ ਭੁਲੇਖਾ ਪੈਣਾ ਸੁਭਾਵਿਕ ਹੈ, ਕਿਉਂਕਿ ਇਹ ਬ੍ਰਹਮ ਦੀ ਰਚਨਾ ਹੈ ਸਾਰੀ। ਅਸੀਂ ਕਹਿੰਦੇ ਹਾਂ ਕਿ ਜਿਸ ਤਰ੍ਹਾਂ ਦੇ ਅਸੀਂ ਹਾਂ ਉਸੇ ਤਰ੍ਹਾਂ ਦੇ ਇਹ ਨੇ, ਜਿਸ ਤਰ੍ਹਾਂ ਅਸੀਂ ਖਾਂਦੇ ਪੀਂਦੇ ਹਾਂ ਉਸੇ ਤਰ੍ਹਾਂ ਇਹ ਖਾਂਦੇ ਪੀਂਦੇ ਨੇ, ਜਿਸ ਤਰ੍ਹਾਂ ਸਾਡੀਆਂ ਵਿਆਹ ਸ਼ਾਦੀਆਂ ਹੁੰਦੀਆਂ ਨੇ ਇਹਨਾਂ ਦੀਆਂ ਵੀ ਹੁੰਦੀਆਂ ਨੇ, ਜਿਸ ਤਰ੍ਹਾਂ ਆਮ ਸੰਸਾਰ ਦੇ ਬੱਚੇ ਨੇ ਇਹਨਾਂ ਦੇ ਵੀ ਬੱਚੇ ਨੇ। ਮਤਲਬ ਕਿ ਇਹ ਸਾਰੀ ਰਚਨਾ ਹੀ ਉਸੇ ਉਹਦੀ ਲੱਗਦੀ ਹੈ, ਅਤੇ ਮਨ ਡਾਵਾਂ ਡੋਲੀ 'ਚ ਰਹਿੰਦਾ ਹੈ। ਮਨ ਕਈ ਵਾਰੀ ਘਬਰਾਉਂਦਾ, ਲੱਗਦਾ ਹੈ ਕਿ ਕਿਤੇ ਮੈਂ ਕੋਈ ਗਲਤ ਨਹੀਂ ਕਰ ਰਿਹਾ, ਮੈਂ ਆਪਣਾ ਟਾਈਮ ਤਾਂ ਨਹੀਂ ਮੇਰਾ ਖਰਾਬ ਹੋ ਰਿਹਾ। ਜਦੋਂ ਵਿਸ਼ਵਾਸ ਹੀ ਨਹੀਂ ਆਏਗਾ ਤਾਂ ਇੱਕ ਕਿਸ ਤਰ੍ਹਾਂ ਗੁਰੂ ਦਾ ਵਚਨ ਮੰਨੇਗਾ? ਮਨ ਮੰਨ ਹੀ ਨਹੀਂ ਸਕਦਾ। ਜਿਨ੍ਹਾਂ ਨੇ ਵੀ ਮੰਨਿਆ ਉਹਨਾਂ ਨੇ ਕੀ ਕਿਹਾ? ਸੰਸਾਰੀ ਨਾਤਾ ਹੁੰਦਿਆਂ ਵੀ ਉਹਨੇ ਕਿਹਾ ਕਿ ਸਾਚਾ ਸਾਹਿਬ ਬਾਪ ਹਮਾਰਾ। ਬੜੀ ਵੱਡੀ ਇਹ ਗੱਲ ਹੈ, ਕੋਈ ਛੋਟੀ ਗੱਲ ਨਹੀਂ। ਵਿਸ਼ਵਾਸ ਆ ਜਾਣਾ, ਭਰੋਸਾ ਬਣ ਜਾਣਾ। ਹੁਣ ਸਤਿਗੁਰੂ ਕੀ ਫਰਮਾਉਂਦੇ ਨੇ ਕਿ ਵੀ ਹੈ ਤਾਂ ਬ੍ਰਹਮ ਦੀ ਰਚਨਾ ਹੈ, ਪਰ ਅਸੀਂ ਉਹਨੂੰ ਸਤਿਗੁਰਾਂ ਨੂੰ ਅਸੀਂ ਇਹ ਰਚਨਾ ਦੇ ਨਾ ਸਮਝ। ਜਿਸ ਤਰ੍ਹਾਂ ਅਸੀਂ ਤਾਂ ਆਪਣੇ ਕਰਮਾਂ ਨੂੰ ਭੋਗਣ ਵਾਸਤੇ ਇਹ ਪੰਜ ਤੱਤ ਦੀ ਦੇਹ ਲੈ ਕੇ ਆਏ ਹਾਂ, ਪਰ ਸਤਿਗੁਰ ਇੱਥੇ ਇਹ ਕਰਮਾਂ ਨੂੰ ਭੋਗਣ ਵਾਸਤੇ ਨਹੀਂ ਇੱਥੇ ਆਏ। ਉਹ ਸਾਨੂੰ ਕਰਮਾਂ 'ਚ ਫਸਿਆਂ ਨੂੰ ਕੱਢਣ ਵਾਸਤੇ ਉਹ ਆਪਣੀ ਜਿਹੜੀ ਦੇਹ ਲੈ ਕੇ ਇੱਥੇ ਆਏ ਨੇ। ਕਿਉਂਕਿ ਇੱਥੋਂ ਦਾ ਜੋ ਨਿਯਮ ਹੈ, ਜੋ ਅਸੀਂ ਭਾਸ਼ਾ ਸਮਝਦੇ ਹਾਂ, ਜੋ ਜਿਹਦੀ ਸਾਨੂੰ ਪਹਿਚਾਣ ਹੈ, ਉਹੀ ਅਸੀਂ ਸਾਡੇ ਕੋਈ ਆਏਗਾ ਫਿਰ ਹੀ ਅਸੀਂ ਕਰਾਂਗੇ। ਹੁਣ ਜੇ ਸਾਡੇ ਕੋਲ ਕੋਈ ਸ਼ੇਰ, ਕੋਈ ਹੋਰ ਕੋਈ ਕਿਸੇ ਤਰ੍ਹਾਂ ਦਾ ਕੋਈ ਗਊ ਕਹਿ ਜਾਂ ਹੋਰ ਕਿਸੇ ਤਰ੍ਹਾਂ ਦਾ ਕੋਈ ਰੂਪ ਬਣਾ ਕੇ ਆ ਜਾਵੇ, ਹੋਵੇ ਭਾਵੇਂ ਹੈ ਤਾਂ ਸਾਰੀ ਬ੍ਰਹਮ ਦੀ ਰਚਨਾ ਹੀ, ਪਰ ਸਾਨੂੰ ਸਮਝ ਨਹੀਂ ਆਏਗੀ ਉਹਦੀ ਭਾਸ਼ਾ ਦੀ, ਨਾ ਸਾਨੂੰ ਸਮਝ ਲੱਗੇਗੀ।
ਇਸ ਕਰਕੇ ਉਹ ਸਾਡੇ ਵਰਗਾ ਹੀ ਰੂਪ ਧਾਰ ਕੇ, ਸਾਡੇ ਵਰਗੀ ਹੀ ਬੋਲੀ ਬੋਲ ਕੇ, ਸਾਡੀ ਜਿਹੜੀ ਭਾਸ਼ਾ ਅਸੀਂ ਸਮਝਦੇ ਹਾਂ ਉਸੇ ਭਾਸ਼ਾ ਦੇ ਵਿੱਚ ਹੀ ਸਾਨੂੰ ਸਮਝਾਉਂਦੇ ਨੇ। ਇਸ ਕਰਕੇ ਫਰਮਾਉਂਦੇ ਨੇ ਕਿ ਮਨ ਦੇ ਵਿੱਚ ਆਪਣੇ ਐਸਾ ਖਿਆਲ ਨਾ ਰੱਖੋ, ਕਹਿੰਦੇ ਗੁਰੂ ਪਾਰ ਬ੍ਰਹਮ ਸਦਾ ਨਮਸਕਾਰੋ। ਉਹ ਇਸ ਬ੍ਰਹਮ ਦੀ ਰਚਨਾ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਉਹ ਪਾਰ ਬ੍ਰਹਮ ਦੇ ਵਾਸੀ ਨੇ, ਬ੍ਰਹਮ ਤੋਂ ਪਾਰ ਨੇ, ਉਹ ਸਦਾ ਹੀ ਨਮਸਕਾਰ ਦੇ ਯੋਗ ਨੇ। ਸਾਨੂੰ ਸਮਝ ਲੱਗੇ ਨਾ ਲੱਗੇ ਕੁਛ ਵੀ ਹੈ, ਹੁਣ ਸੂਰਜ ਅਸੀਂ ਉਹਨੂੰ ਮੰਨੀਏ ਨਾ ਮੰਨੀਏ, ਉਹਨੇ ਆਪਣਾ ਕੰਮ ਕਰੀ ਜਾਣਾ। ਸਾਡੀ ਉੱਥੋਂ ਤੱਕ ਪਹੁੰਚ ਹੋਵੇ ਨਾ ਹੋਵੇ, ਅਸੀਂ ਕਹੀਏ ਅਸੀਂ ਨਹੀਂ ਮੰਨਦੇ ਕਰਨ, ਉਹਦੇ ਨਾਲ ਕੁਛ ਫਰਕ ਨਹੀਂ ਪੈਣਾ। ਕੋਈ ਉਹਨੂੰ ਕਹਿ ਦੇਵੇ ਕਿ 10 ਕਿਲੋਮੀਟਰ ਦੂਰ ਹੈ, ਕੋਈ ਕਵੇ 1000 ਕਿਲੋਮੀਟਰ ਦੂਰ ਹੈ, ਕੋਈ ਜਿੰਨਾ ਮਰਜ਼ੀ, ਤੇ ਆਪਣੇ ਆਪਣੇ ਅੰਦਾਜ਼ੇ ਜੋ ਹੈਗਾ ਹੈ ਉਹ ਹੈਗਾ ਹੈ। ਇਸੇ ਤਰ੍ਹਾਂ ਹੋਇਆ ਕਿ ਗੁਰੂ ਪਾਰ ਬ੍ਰਹਮ ਸਦਾ ਨਮਸਕਾਰ ਹੋ, ਕਿ ਬਈ ਇਹ ਬ੍ਰਹਮ ਦੇ ਵਿੱਚ ਇੱਥੇ ਰਹਿੰਦਿਆਂ ਹੋਇਆਂ ਸਾਡੇ ਵਰਗਾ ਆਕਾਰ ਲੈ ਕੇ ਆਇਆ ਵੀ, ਪਰ ਉਹ ਇਹਦੀ ਰਚਨਾ ਦੇ ਵਿੱਚ ਨਹੀਂ, ਉਹ ਪਾਰ ਬ੍ਰਹਮ ਦੇ ਵਾਸੀ ਨੇ, ਉਹ ਸਦਾ ਹੀ ਨਮਸਕਾਰ ਦੇ ਯੋਗ ਨੇ। ਹਾਂਜੀ। ਮਤ ਕੋ ਪਰਮ ਭੁੱਲੇ ਸੰਸਾਰ, ਗੁਰ ਬਿਨ ਕੋਇ ਨਾ ਉਤਰਸ ਪਾਰ। ਹੁਣ ਸੰਸਾਰੀ ਤੌਰ ਦੇ ਉੱਤੇ ਅਸੀਂ ਸਾਰੇ ਕੰਮ ਕਰਦੇ ਹਾਂ, ਅਤੇ ਅਸੀਂ ਸਾਰੇ ਕੰਮ ਕਰਨ ਵਾਸਤੇ ਜੋ ਵੀ ਅਸੀਂ ਦੇਖਦੇ ਹਾਂ ਉਹਦੇ ਵਾਸਤੇ ਵੀ ਇੱਕ ਗੁਰੂ ਦੀ ਲੋੜ ਪੈਂਦੀ ਹੈ। ਅਸੀਂ ਸਾਈਕਲ ਚਲਾਉਣਾ ਸਿੱਖਣਾ ਹੋਵੇ, ਸਕੂਟਰ ਕਾਰ ਚਲਾਉਣੀ ਸਿੱਖਣੀ ਹੋਵੇ, ਤਾਂ ਸਾਨੂੰ ਕਿਸੇ ਦਾ ਸਹਾਰਾ ਲੈਣਾ ਪੈਂਦਾ। ਡਾਕਟਰੀ ਕਿਤਾਬਾਂ ਬਹੁਤ ਨੇ, ਬਹੁਤ ਪੜ੍ਹਾਈ ਲਿਖਾਈ ਦੀਆਂ ਕਿਤਾਬਾਂ, ਲਾਇਬ੍ਰੇਰੀਆਂ ਭਰੀਆਂ ਪਈਆਂ ਨੇ, ਪਰ ਫਿਰ ਵੀ ਸਾਨੂੰ ਕਿਸੇ ਟੀਚਰ ਦੀ ਜ਼ਰੂਰਤ ਪੈਂਦੀ ਹੈ। ਚਾਹੇ ਜਿੱਡਾ ਮਰਜ਼ੀ ਕੋਈ ਆਪ ਵੱਡਾ ਪ੍ਰੋਫੈਸਰ ਹੋਵੇ, ਉਹ ਆਪਣੇ ਬੱਚਿਆਂ ਨੂੰ ਕਿਤੇ ਸਕੂਲ ਕਾਲਜ ਕਿ ਯੂਨੀਵਰਸਿਟੀਆਂ 'ਚ ਭੇਜਦਾ ਪੜ੍ਹਨ ਲਈ, ਕਿਉਂਕਿ ਉਹਨੂੰ ਵੀ ਗੁਰੂ ਦੀ ਲੋੜ ਹੈ। ਜੇ ਬਾਕੀ ਕੰਮਾਂ ਵਾਸਤੇ ਸਾਰਿਆਂ ਵਾਸਤੇ ਹੀ ਗੁਰੂ ਦੀ ਲੋੜ ਹੈ, ਤਾਂ ਕੀ ਉਸ ਅਧਿਆਤਮ ਵਾਸਤੇ ਕੋਈ ਆਪਣੇ ਆਪ ਹੀ ਅਸੀਂ ਚਲੇ ਜਾਵਾਂਗੇ? ਜੇ ਕਿਤਾਬਾਂ ਪੜ੍ਹ ਕੇ ਡਾਕਟਰੀ ਨਹੀਂ ਸਿੱਖੀ ਜਾ ਸਕਦੀ, ਕਿਤਾਬਾਂ ਪੜ੍ਹ ਕੇ ਇਕੱਲੇ ਇੰਜੀਨੀਅਰ ਨਹੀਂ ਬਣਿਆ ਜਾਂਦਾ, ਅਤੇ ਫਿਰ ਵੀ ਕਿਤਾਬਾਂ ਪੜ੍ਹ ਕੇ ਜਾਂ ਕੋਈ ਗ੍ਰੰਥ ਪੜ੍ਹ ਕੇ ਅਸੀਂ ਅਧਿਆਤਮ ਦੇ ਵਿੱਚ ਕਿੰਨਾ ਕੁ ਅੱਗੇ ਵੱਧ ਸਕਦੇ ਹਾਂ। ਲੇਕਿਨ ਮਨ 'ਚ ਇਹੋ ਹੀ ਆਉਂਦਾ ਹੈ ਕਿ ਸ਼ਾਇਦ ਅਸੀਂ ਬਹੁਤ ਕਿਤਾਬਾਂ ਪੜ੍ਹ ਲਈਆਂ, ਅਸੀਂ ਬਹੁਤ ਪਾਠ ਕਰਦੇ ਹਾਂ, ਅਸੀਂ ਬੜਾ ਪੂਜਾ ਕਰਦੇ ਹਾਂ, ਅਤੇ ਸਾਨੂੰ ਕਿਤੇ ਲੋੜ ਹੀ ਨਹੀਂ ਉਸ ਗੁਰੂ ਦੀ। ਕਹਿੰਦੇ ਮਤ ਕੋਈ ਭਰਮ ਭੁੱਲੇ ਸੰਸਾਰ, ਕਹਿੰਦੇ ਇਸ ਭਰਮ ਨੂੰ ਹੀ ਆਪਣੇ ਮਨ ਦੇ ਵਿੱਚੋਂ ਕੱਢ ਦਈਏ। ਗੁਰੂ ਬਿਨ ਕੋਈ ਨਾ ਉਤਰਸ ਪਾਰ, ਕਹਿੰਦੇ ਬਿਨਾਂ ਗੁਰੂ ਤੋਂ ਇੱਥੋਂ ਅਸੀਂ ਪਾਰ ਨਹੀਂ ਜਾ ਸਕਦੇ। ਅਸੀਂ ਟ੍ਰੇਨਾਂ 'ਤੇ ਚੜ੍ਹਦੇ ਹਾਂ, ਰੋਜ਼ ਜਹਾਜ਼ਾਂ 'ਤੇ ਜਾਂਦੇ ਹਾਂ, ਉੱਥੇ ਵੀ ਕੋਈ ਨਾ ਕੋਈ ਬੈਠਾ ਹੈ ਜਿਹੜਾ ਸਾਨੂੰ ਪਾਰ ਲੈ ਕੇ ਜਾਂਦਾ ਹੈ। ਇਸ ਸੰਸਾਰ ਦੇ ਵਿੱਚ ਵੀ ਅਸੀਂ ਆਪਣੇ ਮਨ ਮਾਇਕੇ ਨਾਲ ਕਰ ਸਕਦੇ ਹਾਂ ਜੋ ਮਰਜ਼ੀ, ਸਾਨੂੰ ਆਜ਼ਾਦੀ ਹੈ ਕਰਮ ਕਰਨ ਦੀ, ਕਰਮ ਭੂਮੀ ਹੈ, ਕਰਮ ਅਸੀਂ ਕੁਛ ਵੀ ਕਰ ਸਕਦੇ ਹਾਂ। ਪਰ ਜੋ ਇੱਕ ਕਾਨੂੰਨ ਬਣਿਆ ਹੈ, ਰਿਜ਼ਲਟ ਉਸ ਕਾਨੂੰਨ ਦੇ ਮੁਤਾਬਕ ਹੀ ਆਏਗਾ। ਇਸ ਲਈ ਉਹਨੇ ਫਰਮਾਇਆ ਕਿ ਮਤ ਕੋਈ ਭਰਮ ਭੁੱਲੇ ਸੰਸਾਰ, ਕਹਿੰਦੇ ਇਹ ਭਰਮ ਜਿਹੜਾ ਹੈ ਮਨ ਦੇ ਵਿੱਚੋਂ ਕੱਢ ਦਈਏ। ਕਿਸੇ ਵੀ ਭਰਮ ਦੇ ਵਿੱਚ ਪੈ ਕੇ ਆਪਣਾ ਸਮਾਂ ਖਰਾਬ ਨਾ ਕਰੀਏ, ਕਿਉਂਕਿ ਸਮਾਂ ਬੜਾ ਕੀਮਤੀ ਹੈ ਕਿ ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤ ਨਹੀਂ ਕੰਮ। ਕਹਿੰਦੇ ਜਿਹੜੇ ਬਾਕੀ ਕੰਮ ਜਿਹੜੇ ਨੇ ਕਿਸੇ ਕੰਮ ਨਹੀਂ ਆਉਣੇ ਹੈਗੇ। ਇਸ ਕਰਕੇ ਜਿਹੜਾ ਕੰਮ ਕਰਨ ਵਾਲਾ ਹੈ ਉਹਦੇ ਕਰਨ ਵਾਸਤੇ ਜੇ ਸਮਝੇ, ਤਾਂ ਬਈ ਸਮਝੇ ਹੋਈ ਹੈ ਕਿ ਬਈ ਸਾਨੂੰ ਕੋਈ ਨਾ ਕੋਈ ਗੁਰੂ ਮਿਲ ਜਾਵੇ, ਪੂਰਾ ਗੁਰੂ ਮਿਲ ਜਾਵੇ, ਉਹਦੇ ਆਖੇ ਲੱਗ ਕੇ ਅਸੀਂ ਆਪਣੀ ਜਿਹੜੀ ਹੈ ਬਾਹਰ ਦੇ ਕਰਮ ਜਿਹੜੇ ਬਦਲ ਦਈਏ, ਕਿਉਂਕਿ ਕਰਮ ਤਾਂ ਹਰ ਕੋਈ ਕਰ ਰਿਹਾ ਹੈ। ਇੱਕ ਚੋਰ ਵੀ ਜਦੋਂ ਨਿਕਲਦਾ ਹੈ ਘਰ ਦੇ ਵਿੱਚੋਂ, ਵੀ ਇੱਕ ਕਰਮ ਕਰਨ ਵਾਸਤੇ ਜਾ ਰਿਹਾ ਹੈ। ਹੁਣ ਗੁਰਦੁਆਰਿਆਂ ਦੇ ਵਿੱਚ, ਮੰਦਿਰਾਂ ਦੇ ਵਿੱਚ ਬੜੇ ਲੋਕ ਉੱਥੇ ਸ਼ਰਧਾ ਦੇ ਨਾਲ ਮੱਥਾ ਟੇਕਣ ਵੀ ਜਾਂਦੇ ਨੇ। ਕੋਈ ਚੋਰ ਲਟੇਰੇ ਉੱਥੇ ਜੇਬਾਂ ਕੱਟਣ ਜਾਂਦੇ ਨੇ, ਕੁਝ ਉੱਥੇ ਜੋੜੇ ਚੁੱਕਣ ਜਾਂ ਚਲੇ ਜਾਂਦੇ ਨੇ। ਹੁਣ ਜਾਂ ਤਾਂ ਸਾਰੇ ਹੀ ਰਹੇ ਨੇ ਆਪਣਾ, ਜਾਂ ਤਾਂ ਕੰਮ ਕਰਮ ਘਰੋਂ ਨਿਕਲੇ ਨੇ, ਖਾ ਪੀ ਕੇ ਨਿਕਲੇ ਨੇ, ਤਿਆਰ ਹੋ ਕੇ ਨਿਕਲੇ ਨੇ, ਪਰ ਜਿਸ ਤਰ੍ਹਾਂ ਦਾ ਕਰਮ ਕਰ ਰਹੇ ਨੇ ਉਸੇ ਤਰ੍ਹਾਂ ਦੀ ਉਹ ਜਿਹੜੀ ਇਹ ਚੀਜ਼ ਨੂੰ ਭੋਗ ਰਹੇ ਨੇ। ਜੇ ਉਹਨਾਂ ਨੂੰ ਕੋਈ ਅੱਛਾ ਕੋਈ ਸ਼ਿਕਸ਼ਕ ਮਿਲ ਜਾਵੇ, ਅਤੇ ਰੋਟੀ ਤਾਂ ਇੱਕ ਰੇਹੜੀ ਲਾ ਕੇ ਜਾਂ ਕੋਈ ਮਿਹਨਤ ਕਰਕੇ ਵੀ ਖਾ ਰਿਹਾ ਹੈ, ਇੱਕ ਚੋਰੀ ਕਰਕੇ ਵੀ ਖਾ ਰਿਹਾ ਹੈ, ਪਰ ਕਰਮ ਜਿਹੜਾ ਦੋਨਾਂ ਦਾ ਬਹੁਤ ਉਹਦਾ ਫਰਜ਼, ਜਦੋਂ ਭੁਗਤਣਾ ਪਏਗਾ ਬਹੁਤ ਉਹਦੇ ਵਿੱਚ ਫਰਕ ਪੈ ਜਾਏਗਾ, ਅੰਤਰ ਪੈ ਜਾਏਗਾ। ਇਸ ਕਰਕੇ ਫਰਮਾਉਂਦੇ ਨੇ ਮਤ ਕੋਈ ਭਰਮ ਭੁੱਲੇ ਸੰਸਾਰ, ਗੁਰੂ ਬਿਨ ਕੋਈ ਨਾ ਉਤਰਸ ਪਾਰ, ਕਿ ਹਰ ਇੱਕ ਨੂੰ ਗੁਰੂ ਦੀ ਲੋੜ ਹੈ। ਜਦੋਂ ਤੱਕ ਗੁਰੂ ਸਾਡੇ, ਕਿਉਂ ਗੁਰੂ ਬਿਨਾਂ ਗਤ ਨਹੀਂ, ਸ਼ਾਹ ਬਿਨਾਂ ਪਤ ਨਹੀਂ। ਧਿਆਨ ਦੀ ਗੱਲ ਪਹਿਲਾਂ ਆਈ ਸੀ ਨਾ, ਸਵਾਮੀ ਨੇ ਫਰਮਾਇਆ ਗੁਰੂ ਕਾ ਧਿਆਨ ਕਰ ਪਿਆਰੇ, ਬਿਨਾਂ ਇਸਕੇ ਨਹੀਂ ਛੁੱਟਣਾ।
ਸਾਰਾ ਕੰਮ ਅਸੀਂ ਕਰ ਲਈਏ, ਪਰ ਹੁਣ ਮਨ ਦੇ ਹਰ ਇੱਕ ਦੇ ਅੰਦਰ ਇੱਕ ਹੰਕਾਰ, ਈਗੋ ਜਿਹੜੀ ਹੈ ਹਰ ਇੱਕ ਦੇ ਅੰਦਰ ਕੁਛ ਨਾ ਕੁਛ ਹੁੰਦੀ ਹੈ। ਅਸੀਂ ਆਪਣੇ ਆਪ ਨੂੰ ਰਾਜੀ ਕਰਨ, ਆਪਣੇ ਮਨ ਨੂੰ ਰਾਜੀ ਕਰਨ ਦੇ ਵਿੱਚ ਅਸੀਂ ਲੱਗੇ ਰਹਿੰਦੇ ਹਾਂ। ਹੋਰ ਕੰਮਾਂ ਜਿੱਥੇ ਜਿੱਥੇ ਸਾਡਾ ਪਿਆਰ ਹੁੰਦਾ, ਕੋਈ ਨਾ ਕੋਈ ਚੀਜ਼ ਚੱਲਦੀ ਰਹਿੰਦੀ ਹੈ। ਕੋਈ ਬੁਰਾ ਕੰਮ ਕਰਦਾ ਹੈ, ਕੋਈ ਸ਼ਰਾਬ ਵੀ ਪੀਂਦਾ ਹੈ, ਕੋਈ ਨਸ਼ਾ ਕਰਦਾ ਹੈ, ਕੋਈ ਉਹਦਾ ਯਾਰ ਦੋਸਤ ਹੋਵੇ ਉਹਨੂੰ ਕਹਿੰਦਾ ਹੈ ਕਿ ਬਈ ਦੇਖ ਤੂੰ ਵੀ ਆਹ ਕੰਮ ਕਰ, ਚਾਹੇ ਮਨਾ ਵੀ ਕਰੇ, ਉਹ ਜ਼ੋਰ ਲਗਾਉਂਦੇ, ਉਹ ਕਹਿੰਦਾ ਨਹੀਂ ਮੈਨੂੰ ਮਜਬੂਰੀ 'ਚ ਬਈ ਕਰਨਾ ਪਿਆ ਮੇਰਾ, ਨਹੀਂ ਤਾਂ ਬਈ ਯਾਰ ਜਿਹੜਾ ਰੁੱਸ ਜਾਣਾ ਸੀ। ਪਰ ਉਹ ਬਈ ਬਾਹਰ ਦਾ ਇੱਕ ਯਾਰ ਦੋਸਤ ਰੁੱਸ ਜਾਂਦਾ ਅਤੇ ਇਹਦਾ ਕੋਈ ਨੁਕਸਾਨ ਨਹੀਂ ਸੀ ਹੋਣਾ। ਪਰ ਇਹਨੇ ਅਸਲੀ ਯਾਰ ਸਾਲਿਆ, ਜਿਹੜਾ ਇਹਦਾ ਵਾਕਈ ਹੀ ਯਾਰ, ਕਿਉਂ ਯਾਰ ਜਾਂ ਦੋਸਤ ਜਾਂ ਫਰੈਂਡ ਕਿਹਨੂੰ ਕਹਿੰਦੇ ਨੇ? ਉਹਨਾਂ ਕਿਹਾ ਸੱਜਣ ਸੋਈ ਜੋ ਚਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀਏ ਉੱਥੇ ਹਾਜ਼ਰ ਪਏ ਦਿਸਣ। ਦੋਸਤ ਤਾਂ ਉਹੀ ਹੈ ਕਿ ਜਿੱਥੇ ਬਈ ਲੇਖਾ ਹੋਵੇ, ਇਹਨੂੰ ਪੁਕਾਰਿਆ ਜਾਵੇ ਤਾਂ ਉੱਥੇ ਪਹੁੰਚ ਕੇ ਮਦਦ ਕਰੇ। ਅਤੇ ਜਿਹੜਾ ਉੱਥੇ ਪਹੁੰਚ ਹੀ ਨਹੀਂ ਸਕਦਾ, ਜਿਹੜਾ ਕੋਈ ਮਦਦ ਨਹੀਂ ਕਰ ਸਕਦਾ ਜਾਂ ਚਾਹੁੰਦਾ ਹੀ ਨਹੀਂ ਕਰਨਾ, ਉਹ ਸਾਡਾ ਸੱਚਾ ਦੋਸਤ ਨਹੀਂ ਹੈ। ਇਸ ਕਰਕੇ ਨਾਤਾ ਕਿਤੇ ਨਾ ਬਣਾਉਣਾ। ਇਸ ਕਰਕੇ ਸਵਾਮੀ ਜੀ ਨੇ ਫਰਮਾਇਆ, ਗੁਰੂ ਰਾਜੀ ਤੋਂ ਕਰਤਾ ਰਾਜੀ, ਕਰਮ ਕਾਲ ਕੀ ਚਲੇ ਨਾ ਬਾਜੀ, ਗੁਰੂ ਪ੍ਰਸੰਨ ਹੋਏ ਜਿਸ ਜਨ ਪਰ, ਵਹੀ ਜੀਵ ਹੈ ਸਭ ਸੇ ਉੱਪਰ। ਗੁਰੂ ਨੂੰ ਰਾਜੀ ਕਰਨ ਵਾਲੀ ਗੱਲ ਕਰਨੀ ਹੈ। ਆਪਣੇ ਆਪਣੇ ਸਤਿਗੁਰਾਂ ਦੇ ਬਚਨ, ਜੋ ਵੀ ਸਤਿਗੁਰਾਂ ਸਾਨੂੰ ਬਚਨ ਲਗਾਉਂਦੇ ਨੇ, ਉਹਨਾਂ ਦੇ ਬਚਨਾਂ ਦੇ ਵਿੱਚ ਰਹਿ ਕੇ ਕਾਰਵਾਈ ਕਰੀਏ, ਕਦੀ ਵੀ ਕੁਛ ਨਹੀਂ ਹੋ ਸਕਦਾ। ਜੇ ਕੁਝ ਹੋਏਗਾ ਵੀ ਤਾਂ ਬਈ ਉਹਨਾਂ ਦੀ ਮੌਜ ਦੇ ਵਿੱਚ ਹੀ ਹੋਏਗਾ। ਕੋਈ ਦੁੱਖ ਵੀ, ਜਿਸ ਤਰ੍ਹਾਂ ਹੁਣ ਡਾਕਟਰ ਕਈ ਵਾਰ ਦਵਾਈ ਦਿੰਦਾ ਹੈ, ਉਹਦੇ ਨਾਲ ਆਰਾਮ ਆ ਜਾਂਦਾ ਹੈ। ਕਈ ਵਾਰ ਦਵਾਈ ਨਾਲ ਨਹੀਂ ਆਉਂਦਾ, ਉਹ ਇੰਜੈਕਸ਼ਨ ਲਗਾਉਂਦਾ ਹੈ। ਕਈ ਵਾਰੀ ਆਪਰੇਸ਼ਨ ਵੀ ਕਰਦਾ ਹੈ, ਪਰ ਜੋ ਵੀ ਕਰਦਾ ਹੈ ਭਲੇ ਵਾਸਤੇ ਹੀ ਕਰਦਾ ਹੈ। ਉਹਦੇ 'ਚ ਉਹਦਾ ਦੁੱਖ ਦੇਣ ਦਾ ਉਹਦਾ ਇਰਾਦਾ ਨਹੀਂ ਹੁੰਦਾ ਉਹਦੇ ਵਿੱਚ। ਇਸ ਕਰਕੇ ਫਰਮਾਇਆ ਕਿ ਗੁਰੂ ਬਿਨ ਕੋਈ ਨਾ ਹੁੰਦਾ, ਕਿ ਗੁਰੂ ਦੀ ਬਹੁਤ ਜ਼ਰੂਰਤ ਹੈ। ਅਤੇ ਹਰ ਇੱਕ ਦੇ ਜੀਵਨ ਦੇ ਵਿੱਚ ਗੁਰੂ ਦਾ ਜਿਹੜਾ ਇੱਕ ਜਗ੍ਹਾ ਜਿਹੜੀ ਹੁੰਦੀ ਹੈ, ਅਤੇ ਉਹਨੂੰ ਜਿਸ ਤਰ੍ਹਾਂ ਬਾਕੀ ਦੁਨੀਆ ਨਾਲੋਂ ਇੱਕ ਵੱਖਰਾ ਕਰਕੇ ਜਾਣ ਕੇ ਅਤੇ ਫਿਰ ਉਹ ਚੱਲਿਆ ਜਾਵੇ, ਅਤੇ ਫਿਰ ਹੀ ਅਸੀਂ ਕੋਈ ਉਹਦੇ ਕੋਲੋਂ ਕੁਛ ਪਾ ਸਕਦੇ ਹਾਂ। ਨਹੀਂ ਤਾਂ ਜਿਸ ਤਰ੍ਹਾਂ ਅਸੀਂ ਬਾਕੀ ਨਾਤੇ ਰਿਸ਼ਤੇ ਨਾਤੇ, ਜਦੋਂ ਤੱਕ ਸਾਡੇ ਨਾਲ ਕੋਈ ਚੰਗਾ ਚੱਲਦਾ, ਅਸੀਂ ਕਹਿੰਦੇ ਅਸੀਂ ਵੀ ਚੰਗਾ ਚੱਲਾਂਗੇ। ਜੇ ਕੋਈ ਸਾਡੇ ਨਾਲ ਕੋਈ ਥੋੜ੍ਹਾ ਜਿਹਾ ਕੋਈ ਸਾਨੂੰ ਕਹਿ ਦੇਵੇ, ਕੋਈ ਡਾਂਟ ਦੇਵੇ, ਕੁਛ ਕਰਦੇ, ਅਸੀਂ ਕਹਿੰਦੇ ਸਾਡਾ ਨਾਤਾ ਟੁੱਟ ਗਿਆ। ਜੇ ਗੁਰੂ ਨਾਲ ਵੀ ਐਸਾ ਹੀ ਨਾਤਾ ਹੈ, ਆਪਣੇ ਮਤਲਬ ਦਾ ਹੀ ਹੈ ਕਿ ਜਦੋਂ ਤੱਕ ਤੂੰ ਸਾਡੀ ਹਾਂ 'ਚ ਹਾਂ ਮਿਲਾਈ ਜਾਂਦਾ, ਉਦੋਂ ਤੱਕ ਗੁਰੂ ਹੈ। ਜੇ ਨਹੀਂ ਕਰਦਾ ਤਾਂ ਫਿਰ ਗੁਰੂ ਨਹੀਂ ਹੈ। ਅਤੇ ਇਹ ਫਿਰ ਸੱਚੇ ਗੁਰੂ ਦੇ ਲੱਛਣ ਨੇ, ਸੱਚੇ ਸਿੱਖ ਦੇ ਲੱਛਣ ਨਹੀਂ। ਇਹ ਫਿਰ ਸੱਚੇ ਸੇਵਕ ਨਹੀਂ ਹਜੇ ਬਣਿਆ। ਇਸੇ ਕਰਕੇ ਹੀ ਅਸੀਂ ਉਹਨਾਂ 'ਚੋਂ ਦੁੱਖਾਂ ਦੇ ਵਿੱਚੋਂ ਬਾਹਰ ਨਹੀਂ ਨਿਕਲ ਪਾਉਂਦੇ, ਕਿਉਂਕਿ ਅਸੀਂ ਆਪਣੇ ਗੁਰੂ ਦੇ ਰਸਤੇ ਦੇ ਉੱਤੇ ਧਿਆਨ ਕਰਾਂਗੇ, ਸਾਨੂੰ ਪਤਾ ਚੱਲ ਜਾਏਗਾ ਕਿ ਨਹੀਂ, ਪੂਰੇ ਅਸੀਂ ਨਹੀਂ ਉਸ 'ਤੇ ਚੱਲ ਰਹੇ। ਹਾਂਜੀ। ਭੂਲੇ ਕੋ ਗੁਰ ਮਾਰਗ ਪਾਇਆ, ਅਵਰ ਤਿਆਗ ਹਰ ਭਗਤੀ ਲਾਇਆ। ਹੁਣ ਇਹ ਵਾਲਾ ਕੰਮ ਜਿਹੜਾ ਗੁਰੂ ਦਾ, ਇਸ ਗੁਰੂ ਹੀ ਕਰਦਾ ਹੈ। ਸਤਿਗੁਰਾਂ ਨੇ ਫਰਮਾਉਣਾ ਕਿ ਬਈ ਅਸੀਂ ਕਿਤੇ ਵੀ ਜਾਈਏ, ਸਾਡੇ ਰਿਸ਼ਤੇਦਾਰ ਯਾਰ ਦੋਸਤ ਬਹੁਤ ਮਿਲਣਗੇ, ਪੁੱਛਣਗੇ ਬਈ ਹੋਰ ਕੀ ਹਾਲ ਚਾਲ ਹੈ ਤੇਰਾ, ਬੱਚਿਆਂ ਦਾ ਕੀ ਹਾਲ ਹੈ, ਕਾਰੋਬਾਰ ਦਾ ਕੀ ਹਾਲ ਹੈ, ਠੀਕ ਹੈ ਨਾ, ਸਭ ਕੁਛ ਪੁੱਛਣਗੇ ਕਿਸ ਤਰ੍ਹਾਂ ਦਾ ਸਭ ਕੁਛ। ਪਰ ਕਿਸੇ ਨੇ ਇਹ ਨਹੀਂ ਪੁੱਛਿਆ, ਕਹਿੰਦੇ ਕਿਸੇ ਨੇ ਇਹ ਨਹੀਂ ਪੁੱਛਣਾ ਕਿ ਬਈ ਜਿਹੜਾ ਗੁਰੂ ਦਾ ਵਚਨ ਮੰਨਦਾ ਹੁੰਦਾ, ਗੁਰੂ ਦੀ ਜਿਹੜਾ ਕੰਮ ਦਿੱਤਾ ਕਰ ਕੀਤਾ ਹੈ, ਜੋ ਸਤਿਗੁਰਾਂ ਨੇ ਰਸਤਾ ਵਿਖਾਇਆ ਉੱਤੇ ਚੱਲਦਾ ਹੈ, ਉਹ ਕੋਈ ਨਹੀਂ ਕਹਿੰਦਾ। ਜਿੱਥੇ ਮਰਜ਼ੀ ਅਸੀਂ ਚਲੇ ਜਾਈਏ, ਜਿੰਨੀ ਦੇਰ ਮਰਜ਼ੀ ਅਸੀਂ ਗੱਪਾਂ ਮਾਰਦੇ ਰਹੀਏ, ਹੋਰ ਬਿਜ਼ਨਸ ਦੀਆਂ ਗੱਲਾਂ ਹੋਣਗੀਆਂ, ਕੰਮ ਕਾਰ ਦੇ ਪੁੱਛੇ ਜਾਣਗੇ, ਬਾਕੀ ਹਾਲ ਪੁੱਛੇ ਜਾਣਗੇ, ਪਰ ਮਨ ਦਾ ਹਾਲ ਕੋਈ ਨਹੀਂ ਪੁੱਛਦਾ। ਉਹ ਇੱਕ ਸਤਿਗੁਰ ਹੀ ਪੁੱਛਦੇ ਨੇ। ਉਹ ਫਰਮਾਉਂਦੇ ਨੇ ਕਿ ਹੋਰ ਬਈ ਕਿੱਦਾਂ ਮਨ ਕਿੱਦਾਂ ਚੱਲ ਰਿਹਾ, ਵਸ 'ਚ ਆਇਆ ਕਿ ਨਹੀਂ ਅਜੇ ਆਇਆ, ਗੁਰੂ ਦਾ ਬਚਨ ਮੰਨਿਆ ਜਾਂਦਾ ਹੈ ਕਿ ਨਹੀਂ ਅਜੇ, ਹੋਰ ਕਿਸੇ ਨੇ ਨਹੀਂ ਪੁੱਛਣਾ। ਹੁਣ ਇਸੇ ਤਰ੍ਹਾਂ ਸੁਣਾਇਆ ਕਿ ਭੁੱਲੇ ਕੋ ਗੁਰਮਾਰਗ ਪਾਇਆ। ਅਸੀਂ ਤਾਂ ਭੁੱਲੇ ਇਸੇ ਹੀ ਕੰਮਾਂ 'ਚ ਬੜੇ ਖੁਸ਼ ਰਹਿੰਦੇ ਹਾਂ। ਕੋਈ ਸਾਨੂੰ ਕਹਿ ਦੇ ਬੱਲੇ ਬੱਲੇ ਤੂੰ ਬੜਾ ਵਧੀਆ ਕੰਮ ਕਰ ਰਿਹਾ, ਬੜੇ ਵਧੀਆ ਰਸਤੇ 'ਤੇ ਜਾ ਰਿਹਾ, ਸ਼ਾਬਾਸ਼, ਹੋਰ ਕਰ ਕੰਮ, ਹੋਰ ਆਹ ਕਰਦੇ, ਹੋਰ ਉਹ ਕਰਦੇ, ਇਸੇ ਤਰ੍ਹਾਂ ਜ਼ਿੰਦਗੀ ਲੰਘ ਜਾਂਦੀ ਹੈ। ਪਰ ਸਤਿਗੁਰਾਂ ਨੇ ਫਰਮਾਇਆ ਕਿ ਅਵਰ ਤਿਆਗ ਹਰ ਭਗਤੀ ਲਾਇਆ। ਅਵਰ ਤਿਆਗ, ਸਭ ਸੰਸਾਰ ਦਾ, ਸਾਰੇ ਸੰਸਾਰ ਦਾ ਤਿਆਗ ਕਰਵਾ ਦਿੰਦੇ ਨੇ। ਹੌਲੀ ਕਰਦਿਆਂ ਛਡਾਓ ਗੁਰੂ। ਮੈਨੂੰ ਕਈ ਵਾਰੀ ਕਈਆਂ ਨੇ ਪੁੱਛਣਾ ਕਿ ਮਹਾਰਾਜ ਜੀ ਮੇਰਾ ਉਹ ਰਿਸ਼ਤੇਦਾਰ ਰੁੱਸ ਗਿਆ, ਮਹਾਰਾਜ ਜੀ ਮੈਂ ਜਦੋਂ ਦਾ ਆਉਣ ਲੱਗਾ ਮੇਰੇ ਨਾਲ ਆਹ ਹੋ ਗਿਆ, ਮੇਰੇ ਨਾਲ। ਸਤਿਗੁਰਾਂ ਨੇ ਫਰਮਾਉਣਾ ਕਿ ਗੁਰੂ ਆਇਆ ਤੋੜਨ ਵਾਸਤੇ ਆਏ, ਤੇ ਜੋੜਨ ਵਾਸਤੇ ਨਹੀਂ ਆਇਆ। ਬਾਹਰ ਨਹੀਂ, ਅਸੀਂ ਸੋਚਦੇ ਹਾਂ, ਪਰ ਸਤਿਗੁਰਾਂ ਨੇ ਫਰਮਾਉਣਾ ਕਿ ਵੀ ਕਾਹਦੇ ਵਾਸਤੇ ਉਹ ਮੰਜੀ ਦਾ ਪਾਵਾ ਚੁੱਕੀ ਰੱਖਦੇ, ਕਿ ਸਾਨੂੰ ਗੁਰੂ ਦੀ ਯਾਦ ਰਵੇ।
ਕਈ ਗੁਰਮਤਿ ਦੇ ਬੱਚੇ, ਕਈ ਸਤਿਗੁਰਾਂ ਨੇ ਫਰਮਾਉਣਾ ਕਈਆਂ ਨੂੰ, ਹੁਣ ਉਹ ਜਿਹੜੀ ਚੀਜ਼ ਜਿਸ ਅਵਸਥਾ 'ਤੇ ਉਹ ਵਚਨ ਫਰਮਾਏ ਗਏ ਨੇ, ਜਦੋਂ ਤੱਕ ਅਸੀਂ ਉਸ ਅਵਸਥਾ 'ਤੇ ਪਹੁੰਚਦੇ ਨਹੀਂ ਉਦੋਂ ਤੱਕ ਸਮਝ ਨਹੀਂ ਲੱਗੇਗੀ। ਹੁਣ ਕਈ ਵਾਰੀ ਅਸੀਂ ਜਦੋਂ ਵਚਨ ਸੁਣਦੇ ਹਾਂ ਤਾਂ ਮਨ ਇੱਕ ਵਾਰੀ ਹੋ ਜਾਂਦਾ ਹੈ ਕਿ ਸਾਨੂੰ ਤੋੜਦੇ ਨੇ ਸ਼ਾਇਦ, ਇਹ ਪਤਾ ਨਹੀਂ ਕੀ ਗੱਲ, ਪਰ ਨਹੀਂ, ਇਸ ਤਰ੍ਹਾਂ ਬਾਹਰੋਂ ਨਹੀਂ, ਅੰਦਰੋਂ, ਹਿਰਦੇ ਤੋਂ। ਬਾਹਰੋਂ ਤਾਂ ਸਾਨੂੰ ਪਿਆਰ ਨਾਲ ਹੀ ਚੱਲਣਾ ਸਿਖਾਉਂਦੇ ਨੇ ਕਿ ਇੱਕ ਦੂਸਰੇ ਨਾਲ ਪਿਆਰ ਕਰੋ, ਸਭ ਕੁਝ, ਪਰ ਜਿਹੜਾ ਅਸਲੀ ਪਿਆਰ ਹੈ, ਅਸਲੀ ਜਿਹੜਾ ਹਿੱਤ ਆ, ਉਹ ਕਹਿੰਦੇ ਆ ਉੱਧਰ, ਜਿਸ ਤਰ੍ਹਾਂ ਕਿਹਾ ਨਾ, ਹੱਥ ਕਾਰ ਵੱਲ ਚਿੱਤ ਯਾਰ ਵੱਲ। ਹੱਥਾਂ ਨਾਲ ਸਾਰੀਆਂ ਡਿਊਟੀਆਂ ਕਰਨੀਆਂ ਨੇ, ਪਰ ਚਿੱਤ ਜਿਹੜਾ ਆ ਉਸ ਪਰਮੇਸ਼ਵਰ ਨਾਲ, ਉਸ ਹਰੀ ਨਾਲ ਜੋੜ ਕੇ ਰੱਖਣਾ ਹੈ। ਅਤੇ ਉਹਨੇ ਫਰਮਾਇਆ ਕਿ ਭੁੱਲੇ ਕੋ ਗੁਰ ਮਾਰਗ ਪਾਇਆ, ਅਵਰ ਤਿਆਗ ਹਰ ਭਗਤੀ ਲਾਇਆ। ਕਹਿੰਦੇ ਮੈਂ ਤਾਂ ਭੁੱਲਿਆ ਪਿਆ ਸੀ, ਕੁਰਾਏ ਪਿਆ ਸੀ, ਪਰ ਸਤਿਗੁਰਾਂ ਨੇ ਅਸਲੀ ਮਾਰਗ ਦਿਖਾ ਦਿੱਤਾ ਅਤੇ ਅਵਰ ਤਿਆਗ ਬਾਕੀ ਕੰਮ ਸਾਰੇ ਛਡਾ ਕੇ ਉਸ ਹਰੀ ਦੀ, ਉਸ ਪਰਮਾਤਮਾ ਦੀ ਭਗਤੀ 'ਚ ਲਾ ਦਿੱਤਾ। ਮੈਨੂੰ ਸਾਰੇ ਬੰਨਿਓ ਜਿਹੜੇ ਆ ਮੈਨੂੰ ਮੁਕਤ ਕਰ ਦਿੱਤਾ। ਨਹੀਂ ਤਾਂ ਜਿੰਨਾ ਮਰਜ਼ੀ ਅਸੀਂ ਕਰਦੇ, ਹੁਣ ਉਹ ਰਸਤਾ ਜਿਹਨੂੰ ਪਤਾ ਹੋਏਗਾ, ਹੁਣ ਜਿਹੜਾ ਇੱਥੋਂ ਕਿਤੇ ਗਿਆ ਹੈ, ਕਿਤੇ ਬਾਹਰ ਕਿਸੇ ਸ਼ਹਿਰ, ਕਿਤੇ ਦਿੱਲੀ, ਕਲਕੱਤੇ, ਉਹੀ ਦੱਸੇਗਾ ਉਹਦਾ ਰਸਤਾ। ਜਿਹੜਾ ਆਪ ਹੀ ਨਹੀਂ ਗਿਆ, ਉਹ ਰਸਤਾ ਕੀ ਦੱਸੇਗਾ ਸਾਨੂੰ। ਅਤੇ ਉਹ ਸਤਿਗੁਰਾਂ ਦੀ ਵਡਿਆਈ, ਉਹਨਾਂ ਨੇ ਉਹ ਕਹਿੰਦੇ ਕਿ ਬਈ ਸਾਰਾ ਕੁਛ ਮੈਨੂੰ ਛਡਾ ਕੇ ਕੰਮ ਸਭ ਕੁਛ, ਗੁਰੂਆਂ ਨੇ ਫਰਮਾਉਣਾ ਕਿ ਬਈ ਬਾਹਰੋਂ ਨਹੀਂ। ਇੱਕ ਵਚਨ ਹੈਗਾ ਕਿ ਇਹ ਮਨ ਐਸਾ ਕਰ ਸੰਨਿਆਸਾ। ਕਹਿੰਦੇ ਸੰਨਿਆਸ ਇਹ ਨਹੀਂ ਕਿ ਬਾਹਰੋਂ ਕੋਈ ਘਰ-ਬਾਰ ਛੱਡ ਕੇ ਪਹਾੜਾਂ 'ਚ ਚਲੇ ਜਾਣਾ ਹੈ, ਕਿਤੇ ਜੰਗਲਾਂ 'ਚ ਚਲੇ ਜਾਣਾ ਹੈ। ਘਰ ਵਿੱਚ ਰਹਿੰਦਿਆਂ ਸੰਨਿਆਸ ਕਰਨਾ ਹੈ, ਡਿਊਟੀਆਂ ਕਰਦਿਆਂ ਹੋਇਆਂ ਸੰਨਿਆਸੀ ਬਣਨਾ ਹੈ। ਬਾਹਰੋਂ ਨਹੀਂ ਕੋਈ ਕੱਪੜੇ ਬਦਲ ਲੈਣੇ ਜਾਂ ਕੋਈ ਤਿਲਕ ਲਗਾ ਕੇ ਜਾਂ ਕੁਛ ਕਰ ਲੈਣਾ, ਘਰ ਵਿੱਚ ਰਹਿੰਦਿਆਂ ਹੀ ਉਸ ਸੰਨਿਆਸ ਜਿਹੜਾ ਹੈ ਉਹਨੂੰ ਪੂਰਾ ਕਰਨਾ ਹੈ। ਹਾਂਜੀ। ਜਨਮ ਮਰਨ ਕੀ ਤਰਾਸ ਮਿਟਾਈ, ਗੁਰ ਪੂਰੇ ਕੀ ਬੇਅੰਤ ਵਡਾਈ। ਗੁਰ ਪ੍ਰਸਾਦ ਉਰਦ ਕਮਲ ਬਿਗਾਸ, ਅੰਧਕਾਰ ਮੈਂ ਭਇਆ ਪਰਗਾਸ। ਹੁਣ ਅਸੀਂ ਇਤਿਹਾਸ ਦੇਖਦੇ ਹਾਂ, ਹਰ ਕੋਈ ਬੰਦਾ ਜੀਣ ਲਈ ਸਭ ਕੁਛ ਕਰਦਾ ਹੈ। ਜਦੋਂ ਬੰਦੇ ਨੂੰ ਪਤਾ ਲੱਗੇ ਨਾ ਕਿ ਹੁਣ ਤਾਂ ਬਈ ਮੇਰਾ ਬਚਾਅ ਨਹੀਂ ਹੈ, ਅਤੇ ਉਹ ਕਿਸੇ ਦਾ ਵੀ ਕੋਈ ਹਿੱਤ ਨਹੀਂ, ਕੋਈ ਇੰਨਾ ਨਹੀਂ ਕਰਦਾ। ਹਰ ਇੱਕ ਨੂੰ ਆਪਣੇ ਨਾਲ ਹੀ ਪਹਿਲਾਂ ਹੁੰਦੀ ਹੈ। ਜਿਸ ਤਰ੍ਹਾਂ ਉਹ ਕਹਿ ਦਿੰਦੇ ਆ ਕਿ ਜਦੋਂ ਤੱਕ ਆਪ ਜੀਂਦੇ ਆ ਉਦੋਂ ਤੱਕ ਤਾਂ ਸਾਰੀ ਦੁਨੀਆ ਵਸਦੀ ਲੱਗਦੀ ਹੈ। ਇਸੇ ਤਰ੍ਹਾਂ ਹੀ ਹੁਣ ਜਦੋਂ ਸਤਿਗੁਰ ਜਿਹੜਾ ਫਰਮਾਉਂਦੇ ਕਹਿੰਦੇ ਜਨਮ ਮਰਨ ਕੀ ਤਰਾਸ ਮਿਟਾਈ, ਇਹ ਡਰ ਹੁੰਦਾ ਹੈ। ਹੁਣ ਕਿਸੇ ਨੇ ਕੋਈ ਪੈਸੇ ਹੀ ਲਏ ਹੋਣ, ਕਿਸੇ ਨੇ ਕੋਈ ਕੰਮ ਹੀ ਸਾਡਾ ਕੋਈ ਕਰਨਾ ਹੋਇਆ, ਅਸੀਂ ਕਈ ਵਾਰੀ ਕਹਿ ਦਿੰਦੇ, ਅਸੀਂ ਸਤਿਗੁਰਾਂ ਪਾਸ ਵੀ ਜਾ ਕੇ ਕਈ ਵਾਰੀ ਕਹਿ ਦਿੰਦੇ ਹਾਂ, ਕੋਈ ਕੰਮ ਰੁਕਿਆ ਹੋਵੇ, ਕੋਈ ਕੰਮ ਢਿੱਲਾ ਚੱਲ ਰਿਹਾ ਹੋਵੇ, ਸਤਿਗੁਰੂ ਹੌਸਲਾ ਦਿੰਦੇ ਨੇ ਕਿ ਨਹੀਂ ਕੋਈ ਨਹੀਂ ਬੇਟੇ, ਹੋ ਜਾਏਗਾ, ਕੋਈ ਗੱਲ ਨਹੀਂ, ਹੋ ਜਾਏਗਾ ਠੀਕ। ਕਈ ਵਾਰੀ ਮਨ ਕਹਿ ਦਿੰਦਾ ਕਦੋਂ ਠੀਕ ਹੋਣਾ, ਜਦੋਂ ਮਰਾਂਗੇ ਅਸੀਂ ਉਦੋਂ ਠੀਕ ਹੋਏਗਾ, ਹਜੇ ਤੱਕ ਤਾਂ ਠੀਕ ਨਹੀਂ ਹੋਇਆ। ਮਤਲਬ ਕਿ ਅੰਦਰ ਡਰ ਹੁੰਦਾ ਹੈ ਉਸ ਚੀਜ਼ ਦਾ। ਪਰ ਬਈ ਸਤਿਗੁਰਾਂ ਨੇ ਜਿਹੜਾ ਵਚਨ ਫਰਮਾਇਆ ਕਿ ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤ ਨਹੀਂ ਕੰਮ। ਉਹਨਾਂ ਦਾ ਨਿਸ਼ਾਨਾ ਉਸੇ ਕੰਮ ਤੋਂ ਰਹਿੰਦਾ। ਉਹੀ ਕੰਮ 'ਤੇ ਬੰਦਾ ਆਇਆ ਗਿਆ, ਕਦੀ ਕੰਮ ਰੁਕੇ, ਕਦੀ ਕਿਸੇ ਦੇ, ਇਹ ਚੱਲੀ ਜਾਂਦੇ ਨੇ ਸਾਰੇ। ਪਰ ਉਹਨੇ ਫਰਮਾਇਆ ਕਿ ਜਨਮ ਮਰਨ ਕੀ ਤਰਾਸ ਮਿਟਾਈ, ਗੁਰਪੂਰੇ ਕੀ ਬੇਅੰਤ ਵਡਿਆਈ। ਕਹਿੰਦੇ ਉਹ ਐਸਾ ਸੰਦੇਸ਼ ਦਿੰਦੇ ਨੇ, ਐਸਾ ਰਸਤਾ ਦੱਸਦੇ ਨੇ ਜਿੱਥੇ ਇਹ ਜਿਹੜਾ ਡਰ ਹੀ ਨਿਕਲ ਜਾਂਦਾ ਹੈ। ਵਿਸ਼ਨੂੰ ਨੇ ਫਰਮਾਇਆ ਕਿ ਜਿਸ ਮਰਨੇ 'ਤੇ ਜਗ ਡਰੇ ਮੇਰੇ ਮਨ ਆਨੰਦ, ਉਹ ਡਰ ਹੀ ਨਿਕਲ ਗਿਆ ਅੰਦਰੋਂ। ਉਹ ਪਤਾ ਲੱਗ ਗਿਆ ਕਿ ਬਈ ਇਹ ਉਹ ਜਿਹੜੀ ਮੌਤ ਤਾਂ ਹੁੰਦੀ ਨਹੀਂ ਕਦੀ ਆਤਮਿਕ ਤੌਰ 'ਤੇ, ਇਹ ਤਾਂ ਬਾਹਰ ਦੀਆਂ ਸਾਰੀਆਂ ਚੀਜ਼ਾਂ ਨੇ। ਇਸ ਕਰਕੇ ਮੈਂ ਫਰਮਾਇਆ ਕਿ ਜਨਮ ਮਰਨ ਕੀ ਤਰਾਸ, ਜਨਮ ਮਰਨ ਦਾ ਕਹਿੰਦੇ ਉਹਨਾਂ ਨੇ ਐਸਾ ਸੰਦੇਸ਼ ਦਿੱਤਾ ਕਿ ਮੇਰੇ ਅੰਦਰੋਂ ਡਰ ਹੀ ਕਰ ਦਿੱਤਾ। ਔਰ ਇਹ ਵਡਿਆਈ ਕਹਿੰਦੇ ਪੂਰੇ ਸਤਿਗੁਰ ਦੀ ਹੈ। ਜਿੰਨੀਆਂ ਮਰਜ਼ੀ ਅਸੀਂ ਬਾਹਰ ਦੀਆਂ ਪੜ੍ਹਾਈਆਂ ਕਰ ਲਈਏ, ਜੋ ਮਰਜ਼ੀ ਕਰ ਲਈਏ, ਪਰ ਇਹ ਡਰ ਜਿਹੜਾ ਹੋਰ ਵੱਧਦਾ ਜਾਂਦਾ ਹੈ। ਜਿੰਨੀ ਤੁਸੀਂ ਵੇਖੋਗੇ ਕਿ ਜਿੰਨਾ ਕੋਈ ਜ਼ਿਆਦਾ ਬਾਹਰ ਦਾ ਕੋਈ ਗਿਆਨਵਾਨ ਕੋਈ ਹੋਏਗਾ, ਉਹਦੇ ਅੰਦਰ ਉਨਾ ਹੀ ਡਰ। ਹੁਣ ਇੱਕ ਬੰਦਾ ਵਿਚਾਰਾ ਕੋਈ ਆਦੀਵਾਸੀ ਜਾਂ ਪਿੰਡ 'ਚ ਰਹਿ ਰਿਹਾ ਹੈ, ਉਹਨੂੰ ਪਤਾ ਹੀ ਨਹੀਂ ਹੈ, ਉਹਨੂੰ ਆਪਣੇ ਅੰਦਰ ਔਰਗਨ ਦਾ ਨਹੀਂ ਪਤਾ ਕਿ ਕਿੱਥੇ ਹਾਰਟ ਹੁੰਦਾ ਜਾਂ ਕਿੱਥੇ ਕਿਡਨੀ ਹੈ, ਕਿੱਥੇ ਲਿਵਰ ਹੈ, ਕਿੱਥੇ ਕੀ ਚੀਜ਼ ਹੈ। ਉਹਨੂੰ ਡਰ ਵੀ ਨਹੀਂ, ਕਿਤੇ ਦਰਦ ਹੋਈ ਵੀ ਕਿਤੇ, ਉਹ ਬਸ ਮਾੜਾ ਮੋਟਾ ਮਾਮੂਲ ਕੇ ਤੁਰ ਪੈਂਦਾ ਹੈ। ਪੜ੍ਹੇ ਲਿਖੇ ਨੂੰ ਪਤਾ ਹੁੰਦਾ ਹੈ, ਉਹ ਮਾੜੀ ਜੀ ਇੱਧਰ ਦਰਦ ਹੋਈ, ਉਹ ਕਹਿੰਦਾ ਉਹ ਮੇਰੇ ਹਾਰਟ 'ਚ ਦਰਦ ਹੋ ਰਹੀ ਲੱਗਦਾ, ਇਹ ਮੇਰੇ ਫਲਾਣੇ ਪਾਸੇ ਦਰਦ ਹੋ ਰਹੀ ਹੈ।
घबराना शुरू कर दिंदा कि पता नहीं हुण की हो जाना। पर जिहड़ा नहीं, जिहड़ा जानदा उहनूं कोई इन्ना डर भी कोई नहीं। हुण इसे तरह उन्हें सुनाया है कि बई सतगुर दया की उन्होंने, जन्म मरण का उन्होंने जिहड़ा ही दुख ही मिटा दे कर दिता, समझ पा दी कि है की है। ਹੁਣ ਸਿੱਖਾਂ ਦੇ ਜਿਹੜੇ ਸਿੱਖ ਇਤਿਹਾਸ ਜਦੋਂ ਪੜ੍ਹਦੇ ਹਾਂ, ਕਿੰਨੇ ਕਿੰਨੇ ਸਿੱਖਾਂ ਨੇ ਜਿਹੜੀ ਕੁਰਬਾਨੀਆਂ ਕੀਤੀਆਂ, ਜਿੰਦਿਆਂ ਹੀ ਉਹਨਾਂ ਨੂੰ ਜਿਹੜਾ ਚਰਖੜੀਆਂ 'ਤੇ ਚਾੜ ਦਿੱਤਾ ਗਿਆ, ਲੋਹਾਂ 'ਤੇ ਬਿਠਾ ਦਿੱਤਾ ਗਿਆ, ਬੰਦ ਕਟਵਾ ਦਿੱਤੇ ਗਏ। ਹੱਸਦਿਆਂ ਆਪਣੀ ਜਿਹੜੀ ਡਿਊਟੀ ਕੀਤੀ, ਗੁਰੂ ਦਾ ਬਚਨ ਮੰਨਿਆ, ਗੁਰੂ ਦੇ ਬਚਨ ਨਹੀਂ ਕੀਤੇ ਨੇ, ਗੁਰੂ ਕੇ ਬਚਨ ਨਾ ਵਿਹਾਰ। ਪਤਾ ਲੱਗਾ ਉਸ ਚੀਜ਼ ਦਾ, ਗੁਰੂ ਕੋ ਬਚਨ ਪ੍ਰਗਟ ਸੰਸਾਰ, ਪਤਾ ਲੱਗ ਜਾਂਦਾ ਫਿਰ ਕਿ ਬਈ ਗੁਰੂ ਦੀ ਤਾਕਤ ਕੀ ਹੈ। ਹਾਂਜੀ। ਜਿਨ ਕੀਆ ਸੋ ਗੁਰ ਤੇ ਜਾਣਿਆ, ਗੁਰ ਕਿਰਪਾ ਤੇ ਮੁਗਧ ਮਨ ਮਾਨਿਆ। ਹੁਣ ਹੈ ਤੇ ਇਹ ਮਨ ਜਿਹੜਾ ਕਹਿੰਦੇ ਮੁਗਧ ਹੀ ਹੈ, ਮਤਲਬ ਮੂਰਖ ਹੀ ਹੈ, ਪਰ ਇਹ ਇੰਨੇ ਹੀ ਭਗਤੀ ਵੀ ਕਰਨੀ ਹੈ। ਪਰ ਜਦੋਂ ਤੱਕ ਇਹਨੂੰ ਸਤਿਗੁਰ ਦੀ ਦਇਆ ਕਰਕੇ, ਜਿਸ ਤਰ੍ਹਾਂ ਪਿੱਛੇ ਵਚਨ ਆਇਆ ਕਿ ਗੁਰ ਪ੍ਰਸਾਦ ਉਰਦ ਕਮਲ ਵਿਗਾਸ, ਅੰਧਕਾਰ ਮੇ ਪਿਆ ਪ੍ਰਗਾਸ। ਕਹਿੰਦੇ ਸਤਿਗੁਰੂ ਦੀ ਦਇਆ ਨਾਲ, ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੇ ਨਾਲ ਇਹ ਜਿਹੜਾ ਹਿਰਦੇ ਦਾ ਜਿਹੜਾ ਕਵਲ ਜਿਹੜਾ ਸੀ, ਜਿਹੜਾ ਉਲਟਿਆ ਪਿਆ ਸੀ, ਜਿਹੜਾ ਕਮਲਾਇਆ ਪਿਆ ਸੀ, ਇਹ ਸਤਿਗੁਰਾਂ ਦੇ ਬਚਨਾਂ ਦੇ ਨਾਲ, ਉਹਨਾਂ ਦੀ ਸਮਝ ਦੇ ਨਾਲ ਇਹ ਖਿੜ ਗਿਆ। ਉਹਨਾਂ ਦੀ ਦਇਆ ਕਿਰਪਾ ਦੇ ਨਾਲ ਜਿਹੜਾ ਅੰਦਰ ਅੰਧੇਰਾ ਸੀ ਉਹ ਦੂਰ ਹੋ ਗਿਆ, ਔਰ ਅੰਦਰ ਚਾਨਣ ਹੋ ਗਿਆ, ਲਾਈਟ ਹੋ ਗਈ। ਜਦੋਂ ਉਹ ਲਾਈਟ ਹੋ ਗਈ ਤਾਂ ਫਿਰ ਉਹਨਾਂ ਨੇ ਫਰਮਾਇਆ ਜਿਨ ਕੀਆ ਸੋ ਗੁਰ ਤੇ ਜਾਣਿਆ। ਅਸੀਂ ਤਾਂ ਸੋਚਦੇ ਪਏ ਸਾਡੇ ਕੀਤੇ ਕੁਛ ਹੋ ਰਿਹਾ ਹੈ, ਜਾਂ ਸਾਡਾ ਕੰਮ ਫਲਾਣੇ ਨੇ ਕਰ ਦਿੱਤਾ ਹੈ, ਉਹ ਸਾਡਾ ਹਿੱਤ ਕਰਦਾ ਹੈ ਤਾਂ ਅਸੀਂ ਬਚੇ ਪਏ ਹਾਂ। ਨਹੀਂ, ਕਿਸੇ ਦੇ ਕੀਤੇ ਨਹੀਂ ਕੁਛ ਹੁੰਦਾ ਹੈ। ਜੋ ਹੁੰਦਾ ਹੈ ਉਹ ਗੁਰੂ ਦੇ ਕੀਤੇ ਹੀ ਹੁੰਦਾ ਹੈ। ਜਦੋਂ ਇੰਨਾ ਵਿਸ਼ਵਾਸ ਹੋ ਗਿਆ, ਇੰਨਾ ਭਰੋਸਾ ਹੋ ਗਿਆ, ਤਾਂ ਫਿਰ ਮੁਥਾਜੀ ਸਭ ਦੀ ਛੁੱਟ ਗਈ। ਨਹੀਂ ਤਾਂ ਮੁਥਾਜੀ ਹੀ ਰਹਿੰਦੀ, ਬੰਦਾ ਸੋਚਦਾ ਹੈ ਕਿ ਬਈ ਗੁਰੂ ਨੂੰ ਕਰ ਲੈਂਦਾ ਹੈ। ਇੱਕ ਕਵਾਲੀ ਬੋਲਦੇ ਹੁੰਦੇ ਸੀ ਕਿ ਰੱਬ ਮੰਨ ਜਾਂਦਾ, ਯਾਰ ਨੂੰ ਮਨਾਉਣਾ ਔਖਾ ਹੈ। ਜੇ ਤੂੰ ਰੱਬ ਨੂੰ ਮਨਾਉਣਾ, ਪਹਿਲਾਂ ਯਾਰ ਨੂੰ ਮਨਾ। ਯਾਰ ਕਿਹਨੂੰ ਕਿਹਾ? ਗੁਰੂ ਨੂੰ ਉਹਨੇ ਕਿਹਾ। ਹੁਣ ਉਹ ਜਿਹੜੀ ਚੀਜ਼ ਸੀ, ਜਦੋਂ ਤੱਕ ਅਸੀਂ ਦੂਜਿਆਂ ਨੂੰ ਰਾਜ਼ੀ ਕਰਨ ਦੇ, ਗੁਰੂ ਦੀ ਕੋਈ ਪਰਵਾਹ ਨਹੀਂ, ਗੁਰੂ ਦੀ ਕੋਈ ਸਾਨੂੰ ਜਿਹੜਾ ਸਭ ਕੁਛ ਕਰਦਾ ਪਿਆ, ਹਰ ਘੜ ਦੇ ਵਿੱਚ ਬਹਿ ਕੇ ਸਾਡਾ ਕੰਮ ਕਰ ਰਿਹਾ, ਉਹਦੀ ਪਰਵਾਹ ਨਹੀਂ, ਉਹਦੇ ਨਾਲ ਕੋਈ ਸਾਡਾ ਲਿੰਕ ਨਹੀਂ, ਬਾਕੀ ਜਿਹੜੇ ਕੰਮ ਕਰੀ ਜਾਂਦੇ ਆ। ਹੁਣ ਫਰਮਾਇਆ ਹੈ ਕਿ ਗੁਰ ਪ੍ਰਸਾਦ ਉਰਦ ਕਮਲ ਵਿਗਾਸ, ਅੰਧਕਾਰ ਮੇ ਪਿਆ ਪ੍ਰਗਾਸ, ਜਿਨ ਕੀਆ ਸੋ ਗੁਰ ਤੇ ਜਾਣਿਆ। ਪਤਾ ਲੱਗ ਗਿਆ ਕਿ ਕਿਹਦਾ ਕੀਤਾ ਹੋ ਰਿਹਾ ਹੈ, ਜਿਹਦਾ ਕੀਤਾ ਹੋ ਰਿਹਾ ਹੈ ਉਹਨੂੰ ਜਾਣ ਲਿਆ। ਅਤੇ ਫਿਰ ਅੱਗੇ ਫਰਮਾਇਆ ਗੁਰ ਕਿਰਪਾ ਤੇ ਮੁਗਧ ਮਨ ਮਾਨਿਆ। ਕਹਿੰਦੇ ਮਨ ਮੰਨਣ ਵਾਲਾ ਤਾਂ ਨਹੀਂ ਸੀ, ਮੂਰਖ ਸੀ, ਪਰ ਗੁਰੂ ਦੀ ਕਿਰਪਾ ਦੇ ਨਾਲ ਮਨ ਮੰਨ ਗਿਆ, ਕਿ ਗੁਰੂ ਨੇ ਇਹਨੂੰ ਜਨਾ ਲਿਆ। ਪਤਾ ਦੱਸ ਦਿੱਤਾ ਇਹਦੇ ਅੰਦਰ ਕਿ ਠੀਕ ਹੈ ਵੀ ਕਰਨ ਵਾਲਾ ਤਾਂ ਇੱਕ ਉਹੀ ਪਰਮੇਸ਼ਵਰ ਹੈ, ਉਹ ਗੁਰੂ ਹੀ ਹੈ। ਕਿਸੇ ਦੇ ਕੀਤਿਆਂ ਕੁਛ ਨਹੀਂ ਹੋ ਰਿਹਾ, ਫਿਰ ਕਾਹਦਾ ਡਰ ਕਿਸੇ ਦਾ? ਜਿਹਨੇ ਸਭ ਨੂੰ ਪੈਦਾ ਕੀਤਾ ਹੈ, ਜਿਹੜਾ ਸਭ ਦਾ ਰਾਖਾ ਹੈ, ਜਿਹੜਾ ਸਭ ਨੂੰ ਪਾਲ ਪੋਸ ਰਿਹਾ ਹੈ, ਜਿਹੜਾ ਪੱਥਰਾਂ ਦੇ ਵਿੱਚ ਵੀ ਕੀੜੇ ਪਾਲ ਲਿਆ ਹੈ, ਜੰਗਲਾਂ ਦੇ ਵਿੱਚ ਵੀ, ਜਿੱਥੇ ਕੋਈ ਕਿਸੇ ਦਾ ਕੋਈ ਬਾਹਰ ਕੋਈ ਜ਼ਮੀਨ ਨਹੀਂ, ਕੋਈ ਦੁਕਾਨਾਂ ਨਹੀਂ, ਕੋਈ ਕੁਛ ਨਹੀਂ, ਸਭ ਨੂੰ ਰੋਟੀ ਪਾਣੀ ਦੇ ਰਿਹਾ ਹੈ, ਹਰ ਇੱਕ ਦਾ ਖਿਆਲ ਰੱਖ ਰਿਹਾ ਹੈ, ਉਹ ਸਾਡਾ ਵੀ ਰੱਖ ਰਿਹਾ ਹੈ। ਲੇਕਿਨ ਜਿੰਨੀ ਸਾਡੀ ਉਹ ਬਾਹਰ ਦੀ ਉਹ ਜਿਹੜੀ ਚੀਜ਼ ਵਧੀ, ਹੁਣ ਮੂਰਖ ਜਿਹੜਾ ਮਨ ਸੀ ਇਹੋ ਸਮਝਣ ਲੱਗ ਗਿਆ ਕਿ ਸ਼ਾਇਦ ਮੈਂ ਹੀ ਸਭ ਕੁਛ ਕਰ ਰਿਹਾ। ਇਸੇ ਕਰਕੇ ਹੀ ਇਹ ਮਨ ਦਾ ਜਿਹੜਾ ਖਲਾਰਾ ਵੱਧਦਾ ਗਿਆ, ਦੁਖੀ ਹੁੰਦਾ ਗਿਆ। ਪਰ ਜਦੋਂ ਗੁਰੂ ਦੀ ਕਿਰਪਾ ਦੇ ਨਾਲ ਪਤਾ ਲੱਗਾ, ਮੁਗਧ ਮਨ ਮੰਨ ਗਿਆ, ਅਤੇ ਬਈ ਫਿਰ ਉਹ ਜਿਹੜਾ ਅੰਦਰ ਬੈਠਾ ਹੈ ਉਹਨੂੰ ਵੀ ਜਾਣ ਲਿਆ। ਪਤਾ ਲੱਗ ਗਿਆ ਕਿ ਉਹ ਕਿਤੇ ਦੂਰ ਨਹੀਂ, ਉਹਨੂੰ ਲੱਭਣ ਵਾਸਤੇ ਜੰਗਲਾਂ ਪਹਾੜਾਂ 'ਚ ਨਹੀਂ ਜਾਣਾ ਪਏਗਾ, ਉਹ ਤਾਂ ਅੰਦਰ ਹੀ ਹੈ। ਕਿ ਜੋ ਤਿਲ ਮੇ ਤੇਲ ਹੈ, ਜਿਉਂ ਚਕਮਕ ਮੇ ਆਗ, ਤੇਰਾ ਸਾਈਂ ਤੁਝ ਮੇ ਜਾਗ ਸਕੇ ਤੋ ਜਾਗ। ਸਤਿਗੁਰੂ ਨੂੰ ਵਿਸ਼ਵਾਸ ਦਿਵਾ ਦਿੰਦੇ ਨੇ ਕਿ ਵੀ ਉਹ ਬਾਹਰ ਨਹੀਂ ਹੈ ਕਿਤੇ। ਠੀਕ ਹੈ, ਬਾਹਰ ਇੱਕ ਸਾਧਨ ਨੇ, ਯਾਦ ਦਾ ਗੁਰਮਤਿ ਨੇ ਇੱਥੋਂ ਤੱਕ ਫਰਮਾਉਣਾ ਕਿ ਅਸੀਂ ਸਰੂਪ ਘਰਾਂ ਦੇ ਵਿੱਚ ਲਗਾਉਂਦੇ ਹਾਂ। ਸਤਿਗੁਰੂ ਨੇ ਕਹਿਣਾ ਕਿ ਵੀ ਇਹਨਾਂ ਦੇ ਵਿੱਚ ਕੋਈ ਗੁਰੂ ਨਹੀਂ ਵੜ ਕੇ ਬੈਠਾ। ਗੁਰੂ ਦੀ ਇੱਕ ਯਾਦ ਆਉਂਦੀ ਵੇਖ ਕੇ ਕਿ ਠੀਕ ਹੈ, ਉਹ ਹੈ ਕਣ ਕਣ ਦੇ ਵਿੱਚ ਹੀ ਹੈ, ਜਰੇ ਜਰੇ ਦੇ ਵਿੱਚ, ਉਸ ਹਿਸਾਬ ਦੇ ਨਾਲ ਹਰ ਜਗ੍ਹਾ 'ਤੇ। ਇਸ ਲਈ ਜਦੋਂ ਗੁਰੂ ਦੇ ਬਚਨਾਂ ਦੀ ਸਮਝ ਆਉਣੀ ਸ਼ੁਰੂ ਹੋ ਗਈ ਅਤੇ ਫਿਰ ਉਹਨੂੰ ਇੱਕ ਥਾਂ ਥਾਂ 'ਤੇ ਉਹ ਦਿਸਣਾ ਸ਼ੁਰੂ ਹੋ ਜਾਏਗਾ। ਹਾਂਜੀ। ਗੁਰ ਕਰਤਾ ਗੁਰੂ ਕਰਨੇ ਜੋਗ,
गुरु परमेश्वर है बिहोग, कहो नानक प्रभ एह जनाई, बिन गुर मुक्ति ना पाइए पाई। ਰਾਧਾ ਰਾਧਾ। ਹੁਣ ਸਤਿਗੁਰਾਂ ਦੀ ਦਇਆ ਦੇ ਨਾਲ ਹੀ ਵਿਸ਼ਵਾਸ ਹੁੰਦਾ ਹੈ। ਕਾਹਦੇ ਵਾਸਤੇ ਅਸੀਂ ਇਕੱਠੇ ਹੁੰਦੇ ਹਾਂ, ਕਿਸ ਚੀਜ਼ ਵਾਸਤੇ? ਹੁਣ ਗੁਰਮਾਈ ਨੇ ਕਰੀ ਧਿਆਨਪੁਰ ਦਰਬਾਰ 'ਚ ਫਰਮਾਇਆ ਕਿ ਬਈ ਅਸੀਂ ਇੰਨੇ ਮੰਦਰ ਗੁਰਦੁਆਰੇ ਕਈ ਚੀਜ਼ਾਂ ਛੱਡ ਕੇ ਅਸੀਂ ਕਿਉਂ ਆਉਂਦੇ ਹਾਂ, ਜਾਂ ਕਿਤੇ ਸਤਸੰਗ ਹੁੰਦਾ ਅਸੀਂ ਕਿਉਂ ਸਭ ਕੁਛ ਆਪਣਾ ਟਾਈਮ ਕੱਢ ਕੇ ਉੱਥੇ ਜਾਂਦੇ ਹਾਂ? ਉਸ ਗੁਰੂ ਵਾਸਤੇ ਹੀ। ਅਤੇ ਗੁਰੂ ਕੋਲੋਂ ਮਿਲਦਾ ਕੀ ਹੈ? ਗੁਰੂ ਕੋਈ ਬਾਹਰ ਦੀਆਂ ਕਹਾਣੀਆਂ ਕਥਾਵਾਂ ਜਾਂ ਕੋਈ ਬਾਹਰ ਦੀਆਂ ਚੀਜ਼ਾਂ ਨਹੀਂ, ਸਿਆਸਤਾਂ ਦੀਆਂ ਜਾਂ ਕੋਈ ਇੱਧਰ ਉੱਧਰ ਦੀਆਂ ਸਾਨੂੰ ਸੁਣਾਉਂਦੇ ਜਾਂ ਦੱਸਦੇ। ਉੱਥੇ ਇੱਕ ਉਸ ਨਾਮ ਦੇਣਾ, ਸੜ ਜਾਏ ਉਹ ਸਭਾ ਜਹਾਂ ਨਹੀਂ ਚਰਚਾ ਨਾਮ ਕੀ, ਦੁੱਲੇ ਬਿਨਾ ਬਰਾਤ ਕਹੋ ਕਿਸ ਕਾਮ ਕੀ। ਸਿਰਫ ਉਸੇ ਦਾ ਹੀ ਇੱਕ ਗੁਣਗਾਨ ਹੁੰਦਾ ਹੈ। ਹੁਣ ਉਹਦੀ ਕਿਰਪਾ ਦੇ ਨਾਲ ਫਰਮਾਇਆ ਗੁਰੂ ਕਰਤਾ ਗੁਰੂ ਕਰਨੇ ਜੋਗ, ਗੁਰੂ ਪਰਮੇਸ਼ਵਰ ਹੈ ਵੀ ਹੋਗ। ਕਹਿੰਦੇ ਗੁਰੂ ਹੀ ਕਰਤਾ ਹੈ, ਉਹੀ ਸਭ ਕੁਛ ਕਰ ਰਿਹਾ ਹੈ। ਅਤੇ ਗੁਰੂ ਕਰਨੇ ਯੋਗ, ਯੋਗ ਵੀ ਉਹੀ ਹੈ। ਕਿਸੇ ਨੂੰ ਸਾਡੇ ਕੋਲ ਇੱਕ ਘਰ ਨਹੀਂ ਚਲਾਇਆ ਜਾਂਦਾ। ਸਾਡੇ ਕੋਲ ਪੂਰੀ ਪਾਵਰ ਹੋਵੇ, ਪੈਸਾ ਕੋਲ ਹੋਵੇ, ਸਭ ਕੁਛ ਕੋਲ ਹੋਵੇ, ਤਾਂ ਵੀ ਸਾਡੇ ਕੋਲ ਇੱਕ ਸਿਸਟਮ ਨਹੀਂ ਬਣਦਾ। ਉਹ ਜਿਹੜੀ ਚੀਜ਼ ਉਹ ਐਡੀ ਵੱਡੀ ਦੁਨੀਆ ਨੂੰ ਚਲਾ ਰਿਹਾ। ਕਈ ਤਰ੍ਹਾਂ ਦੇ ਕੀੜੇ ਮਕੌੜੇ, ਕੋਈ ਪਾਣੀ 'ਚ ਰਹਿ ਰਹੇ ਨੇ, ਕੋਈ ਹਵਾ ਦੇ ਵਿੱਚ, ਕੋਈ ਜਲ 'ਚ, ਕੋਈ ਥਲ, ਜੋ ਵੀ ਜਿੱਥੇ ਮਰਜ਼ੀ ਹੈ, ਹਰ ਇੱਕ ਨੂੰ ਉਹਨੇ ਜੀਵਨ ਦਿੱਤਾ, ਹਰ ਇੱਕ ਦਾ ਧਿਆਨ ਹੈ। ਇਹ ਐਡਾ ਵੱਡਾ ਖਿਲਾਰਾ ਸਿਰਫ ਉਹੀ ਸਾਂਭ ਸਕਦਾ ਹੈ। ਮੈਂ ਕਿ ਗੁਰੂ ਕਰਤਾ ਗੁਰੂ ਕਰਨੇ ਜੋਗ, ਗੁਰੂ ਪਰਮੇਸ਼ਵਰ ਹੈ ਵੀ ਹੋਗ। ਉਹਨੂੰ ਕਿਹਾ ਗੁਰੂ ਗੋਬਿੰਦ ਦੋ ਖੜੇ, ਕਿਸਕੇ ਲਾਗੋਂ ਪਾਏ, ਬਲਿਹਾਰੀ ਗੁਰੂ ਆਪਣੇ ਜਿਨ ਗੋਬਿੰਦ ਦਿਓ ਮਲਾਏ। ਪਿੱਛੇ ਕਿਸੇ ਦੇ ਵੀ ਦੇਖੀਏ, ਚਾਹੇ ਰਾਮ ਜੀ ਆਏ ਕ੍ਰਿਸ਼ਨ, ਕਹ ਰਾਮ ਕ੍ਰਿਸ਼ਨ ਤੇ ਕੌਣ ਬੜ, ਤਿਨਹੋਂ ਵੀ ਗੁਰੂ ਕੀਨ, ਤੀਨ ਲੋਕ ਕੇ ਨਾਇਕਾ ਗੁਰੂ ਆ ਗਿਆ ਅਧੀਨ। ਉਹਨਾਂ ਨੇ ਵੀ ਵਸ਼ਿਸ਼ਟ ਜੀ, ਵਿਸ਼ਵਾਮਿੱਤਰ ਜੀ ਨੂੰ ਆਪਣਾ ਗੁਰੂ ਬਣਾਇਆ। ਅਸੀਂ ਆਪਣੇ ਕਈ ਵਾਰੀ ਸੋਚ ਲੈਂਦੇ ਹਾਂ ਕਿ ਸਾਨੂੰ ਤਾਂ ਕੋਈ ਲੋੜ ਹੀ ਨਹੀਂ, ਸਾਨੂੰ ਤਾਂ ਬਹੁਤ ਗਿਆਨ ਹੈ। ਇਹ ਤਰਕ ਵਿਤਰਕ ਨਾਲ ਅਸੀਂ ਦੁਨੀਆ ਨੂੰ ਭਰਮਾ ਸਕਦੇ ਹਾਂ, ਕਰ ਸਕਦੇ ਹਾਂ, ਪਰ ਬਈ ਇਸ ਭਵ ਸਾਗਰ, ਇਸ ਮਾਇਆ ਜਾਲ 'ਚੋਂ ਨਹੀਂ ਅਸੀਂ ਨਿਕਲ ਸਕਦੇ। ਇਸ ਕਰਕੇ ਉਹਨਾਂ ਫਰਮਾਇਆ ਕਿ ਗੁਰੂ ਕਰਤਾ ਗੁਰੂ ਕਰਨੇ ਯੋਗ, ਇੱਕ ਗੁਰੂ ਹੀ ਕਰਤਾ ਹੈ, ਉਹਦੇ ਅੱਗੇ ਅਸੀਂ ਸਭ ਸਿਰ ਝੁਕਾਉਂਦੇ ਹਾਂ। ਗੁਰੂ ਕਰਤਾ ਗੁਰੂ ਕਰਨੇ ਯੋਗ, ਗੁਰੂ ਪਰਮੇਸ਼ਵਰ ਹੈ ਵੀ ਹੋਗ। ਜਿਸ ਤਰ੍ਹਾਂ ਪਿੱਛੇ ਨੇ ਫਰਮਾਇਆ ਕਿ ਮਤ ਕੋਈ ਭੁੱਲੇ ਭਰਮ ਭੋਲੇ ਸੰਸਾਰ, ਗੁਰੂ ਬਿਨ ਕੋਈ ਨਾ ਉਤਰਸ ਪਾਰ। ਕਹਿੰਦੇ ਉਹੀ ਪਰਮੇਸ਼ਵਰ ਹੈ, ਕਿਉਂਕਿ ਪਰਮੇਸ਼ਵਰ ਨੂੰ ਅਸੀਂ ਕੋਈ ਦੇਖਿਆ ਨਹੀਂ ਹੋਰ ਕਿਸੇ ਵੀ ਰੂਪ ਦੇ ਵਿੱਚ। ਜਿਹਨੂੰ ਅਸੀਂ ਅੱਜ ਪਰਮੇਸ਼ਵਰ ਅਸੀਂ ਕਹਿੰਦੇ ਹਾਂ, ਅਸੀਂ ਰਾਮ ਜੀ ਨੂੰ, ਕ੍ਰਿਸ਼ਨ ਜੀ ਨੂੰ, ਗੁਰੂ ਨਾਨਕ ਸਾਹਿਬ ਨੂੰ, 10 ਪਾਤਸ਼ਾਹਾਂ ਦਾ ਸਰੂਪ ਲਗਾਏ ਨੇ, ਕਬੀਰ ਸਾਹਿਬ ਜੀ, ਰਵਿਦਾਸ ਜੀ, ਹੋਰ ਵੀ ਮੁਹੰਮਦ ਸਾਹਿਬ, ਜਿਨ੍ਹਾਂ ਦਾ ਵੀ ਅਸੀਂ ਕਰਦੇ ਹਾਂ, ਉਹ ਇਸੇ ਰੂਪ ਦੇ ਵਿੱਚ ਹੀ ਆਏ। ਇਸੇ ਤਰ੍ਹਾਂ ਪਰ ਜਦੋਂ ਟਾਈਮ, ਉਸ ਟਾਈਮ 'ਤੇ ਅਸੀਂ ਦੇਖੀਏ, ਜਦੋਂ ਆਏ ਉਦੋਂ ਕਿੰਨੇ ਕੁ ਲੋਕਾਂ ਨੇ ਉਹਨਾਂ ਨੂੰ ਮੰਨਿਆ। ਉਦੋਂ ਮਨ 'ਚ ਸ਼ੰਕਾ ਹੀ ਉਤਪੰਨ ਹੁੰਦੀ ਰਹੀ। ਇਸੇ ਤਰ੍ਹਾਂ ਹੀ ਸਤਿਗੁਰਾਂ ਨੇ ਵਾਰ ਵਾਰ ਫਰਮਾਉਣਾ ਕਿ ਬਈ ਜਿਹਨੇ ਆਪਣੇ ਗੁਰੂ ਨੂੰ ਖੁਸ਼ ਕਰ ਲਿਆ, ਜਿਹਨੇ ਆਪਣੇ ਗੁਰੂ ਨੂੰ ਰਾਜ਼ੀ ਕਰ ਲਿਆ, ਅਤੇ ਫਿਰ ਉਹਦੀ ਰਜਾ ਚੱਲੇਗੀ। ਫਿਰ ਬਈ ਕਿਸੇ ਤਰ੍ਹਾਂ ਦਾ ਉਹਨੂੰ ਕੋਈ ਦੁੱਖ ਨਹੀਂ ਕਿਸੇ ਤਰ੍ਹਾਂ ਦਾ। ਅਤੇ ਅੱਗੇ ਫਰਮਾਇਆ ਕਹੋ ਨਾਨਕ ਪ੍ਰਭ ਇਹ ਜਨਾਈ, ਬਿਨ ਗੁਰ ਮੁਕਤ ਨਾ ਪਾਈਏ ਪਾਈ। ਇਹ ਕਹਿੰਦੇ ਸਤਿਗੁਰਾਂ ਦੀ ਕਿਰਪਾ ਨਾਲ ਉਹਨਾਂ ਨੇ ਜਣਾ ਦਿੱਤਾ, ਉਹਨਾਂ ਨੇ ਦਇਆ ਕਰਕੇ ਇੰਨਾ ਪਤਾ ਲੱਗ ਗਿਆ ਉਹਨਾਂ ਦੀ ਕਿਰਪਾ ਦੇ ਨਾਲ ਕਿ ਬਿਨ ਗੁਰ ਮੁਕਤ ਨਾ ਪਾਈਏ ਪਾਈ। ਕਹਿੰਦੇ ਗੁਰੂ ਦੇ ਬਿਨਾਂ ਮੁਕਤੀ ਨਹੀਂ ਮਿਲ ਸਕਦੀ। ਇਸ ਕਰਕੇ ਗੁਰੂ ਨੂੰ ਬੜੇ ਭਾਗਾਂ ਨਾਲ ਸਤਿਗੁਰਾਂ ਨੇ ਫਰਮਾਉਣਾ ਕਿ ਬੜੀ ਕਿਸਮਤ ਦੇ ਨਾਲ ਹੀ ਪਹਿਲਾਂ ਸਤਸੰਗ ਮਿਲਦਾ। ਸਤਸੰਗ ਦੇ ਵਿੱਚ ਸਮਝ ਆਉਂਦੀ, ਉਹ ਚਾਅ ਆਉਂਦਾ, ਚਾਅ ਚੜ੍ਹਦਾ। ਜਦੋਂ ਉਹ ਚਾਅ ਵੱਧਦਾ ਹੈ ਅਤੇ ਫਿਰ ਇਹ ਗੁਰੂ ਪ੍ਰਗਟ ਹੁੰਦਾ ਹੈ, ਫਿਰ ਗੁਰੂ ਮਿਲਦਾ ਹੈ। ਫਿਰ ਗੁਰੂ ਦਾ ਬਚਨ ਜਿਹਨਾਂ ਕਿਹਾ ਕਿ ਗੁਰੂ ਕੀ ਮੂਰਤ ਮਨ ਮੇਂ ਧਿਆਨ, ਗੁਰੂ ਕੇ ਸ਼ਬਦ ਮੰਤਰ ਮਾਨ। ਫਿਰ ਜਦੋਂ ਗੁਰੂ ਦੇ ਸਤਸੰਗ ਦੇ ਵਿੱਚ ਇੰਨੀ ਯਾਗ ਆਉਂਦੀ ਹੈ, ਪਤਾ ਲੱਗਦਾ ਹੈ, ਫਿਰ ਇਹਦਾ ਜਿਹੜਾ ਗੁਰੂ ਦਾ ਬਚਨ ਜਿਹੜੇ ਨੇ ਇੱਕ ਮੰਤਰ ਦੀ ਤਰ੍ਹਾਂ ਮੰਨਦਾ, ਇਹਦੀ ਫਿਰ ਜੀਵਨ ਬਦਲ ਜਾਂਦਾ ਹੈ। ਕਿਉਂਕਿ ਜੇ ਗੁਰੂ ਨੂੰ ਮਿਲ ਕੇ ਵੀ ਉਹ ਗੱਲ ਨਹੀਂ ਬਣ ਰਹੀ ਅਤੇ ਕਮੀ ਉਹਦੇ ਵਿੱਚ ਨਹੀਂ, ਕਮੀ ਸਾਡੇ ਮੰਨਣ ਦੇ ਵਿੱਚ। ਇਸ ਕਰਕੇ ਆਪਣੀ ਕਮੀ ਨੂੰ ਦੂਰ ਕਰਕੇ ਗੁਰੂ ਦੇ ਬਚਨ ਜਿਹੜੇ ਨੇ ਐਂ ਜਿਸ ਤਰ੍ਹਾਂ ਮੰਤਰ ਰਟਦੇ ਨੇ, ਇਸੇ ਤਰ੍ਹਾਂ ਸਾਡੇ ਅੰਦਰ ਰਟੇ ਰਹਿਣ, ਪਤਾ ਉਸ ਦੇ ਉੱਤੇ ਚੱਲਦੇ ਰਹੀਏ। ਰਹਿਣੀ ਜਿਹੜੀ ਬਦਲ ਜਾਣ, ਕਿਉਂਕਿ ਰਹਿਣੀ ਰਹੇ ਸੋਈ ਸਿੱਖ ਮੇਰਾ, ਵੋ ਸਾਹਿਬ ਮੈਂ ਉਸਕਾ ਚਿਹਰਾ। ਸਤਿਗੁਰੂ ਨੇ ਫਰਮਾਉਣਾ ਕਿ ਬਈ
ਸੰਸਾਰੀ ਤੌਰ ਦੇ ਉੱਤੇ ਕਹਿਣਾ ਕੰਜਰਾਂ ਦੇ ਵੀ ਅਸੂਲ ਹੁੰਦੇ ਨੇ, ਬੁੱਚੜਾਂ ਦੇ ਵੀ ਅਸੂਲ ਹੁੰਦੇ ਨੇ, ਅਤੇ ਬਈ ਇੱਕ ਸਤਸੰਗੀ ਦਾ ਵੀ ਤਾਂ ਅਸੂਲ ਹੋਣਾ ਚਾਹੀਦਾ ਕੋਈ ਨਾ ਕੋਈ। ਇਹਦਾ ਹੀ ਅਸੂਲ ਕੋਈ ਨਹੀਂ। ਜੇ ਇਹ ਅਸੂਲ ਵਾਲਾ ਹੋ ਜਾਏਗਾ, ਗੁਰੂ ਦੇ ਪਾਸੇ ਹੋ ਜਾਏਗਾ, ਅਤੇ ਬਈ ਗੁਰੂ ਫਿਰ ਇਹਦੀ ਬਾਂਹ ਫੜ ਕੇ ਇਹਨੂੰ ਇਸ ਭਾਵ ਸਾਗਰ 'ਚੋਂ ਬਾਹਰ ਕੱਢ ਲਏਗਾ। ਸਤਿਗੁਰ ਦਇਆ ਕਿਰਪਾ ਕਰਨ, ਸਭ ਦੀਆਂ ਹਾਜ਼ਰੀਆਂ ਮਨਜ਼ੂਰ ਕਰਨ, ਸਭ ਨੂੰ ਆਪਣਾ ਪਿਆਰ ਭਰੋਸਾ ਬਖਸ਼ਣ, ਸਭ 'ਤੇ ਹੀ ਹਮੇਸ਼ਾ ਦਇਆ ਦਾ ਹੱਥ ਬਣਿਆ ਰਹੇ, ਤਾਂ ਜੋ ਅਸੀਂ ਇਹ ਜਿਹੜਾ ਟਾਈਮ ਸਾਨੂੰ ਮਿਲਿਆ ਹੈ ਇਹ ਬੜਾ ਕੀਮਤੀ ਹੈ। ਉਹਨਾਂ ਕਿਹਾ ਕਿ ਦੁਰਲਭ ਦੇ ਪਾਈ ਬੜ ਭਾਗੀ, ਕਹਿੰਦੇ ਦੁਰਲਭ ਦੇ ਆ, ਪਰ ਅੱਗੇ ਉਹਨਾਂ ਨੇ ਕੀ ਫਰਮਾਇਆ, ਨਾਮ ਨਾ ਜਪ ਅਤੇ ਆਤਮ ਘਾਤੀ। ਜੇ ਅਸੀਂ ਇਹਦਾ ਫਾਇਦਾ ਨਹੀਂ ਲੈਂਦੇ, ਉਹ ਜਿਹੜਾ ਸਤਿਗੁਰਾਂ ਦਾ ਨਾਮ ਨਹੀਂ ਜਪਦੇ, ਉਹਦੇ ਵਾਸਤੇ ਟਾਈਮ ਨਹੀਂ ਕੱਢਦੇ, ਅਤੇ ਕਹਿੰਦੇ ਕਿ ਜਿਸ ਤਰ੍ਹਾਂ ਅਸੀਂ ਆਪਣਾ ਆਤਮ ਘਾਤ ਕਰ ਰਹੇ ਹਾਂ, ਆਪਣੇ ਆਪ ਨੂੰ ਹੀ ਅਸੀਂ ਫਸਾ ਰਹੇ ਹਾਂ। ਅਤੇ ਸਤਿਗੁਰ ਦਇਆ ਕਿਰਪਾ ਕਰਨ, ਸਾਰੇ ਕੰਮ ਕਰਦਿਆਂ ਕਰਾਉਂਦਿਆਂ ਅਸੀਂ ਸਾਰੇ ਆਪਣੇ ਸਤਿਗੁਰਾਂ ਦੇ ਚਰਨਾਂ 'ਚ ਵਿਸ਼ਵਾਸ ਨਾਲ ਉਹ ਚੱਲਦੇ ਰਹੀਏ, ਉਹਨਾਂ ਦੀ ਜਿਹੜੀ ਖੁਸ਼ੀ ਪ੍ਰਾਪਤ ਕਰਦੇ ਰਹੀਏ। ਰਾਧਾ ਸੁਆਮੀ, ਰਾਧਾ ਸੁਆਮੀ।